ਪੰਜਾਬ ਮੇਲ ਟੀਵੀ USA ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੇਜਪਾਲ ਸਿੰਘ ਮਨਹਾਸ ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਜੰਕਸ਼ਨ। ਇਸ ਪ੍ਰੋਗਰਾਮ 'ਚ ਪਿਛਲੇ ਕਾਫੀ ਦਿਨਾਂ ਤੋਂ ਅਸੀਂ ਜਿਹੜੀ ਗੱਲ ਕਵਰ ਕਰ ਰਹੇ ਹਾਂ ਉਹ ਸਭ ਤੋਂ ਵੱਡੀ ਗੱਲ ਤੇ ਕਿਸਾਨ ਸੰਘਰਸ਼ ਹੈ। ਕੱਲ੍ਹ ਉਹਦੇ ਵਿੱਚ ਕੁਝ ਤਬਦੀਲੀਆਂ ਹੋਈਆਂ, ਕੁਝ ਨਵੀਆਂ ਅਪਡੇਟਸ ਹੋਈਆਂ, ਕੁਝ ਨਵੀਆਂ ਘਟਨਾਵਾਂ ਵਾਪਰੀਆਂ, ਵਿਧਾਨ ਸਭਾ ਦੇ ਵਿੱਚ ਵੀ ਕੁਝ ਹੋਇਆ। ਅੱਜ ਉਹਦੇ ਬਾਰੇ ਆਪਾਂ ਥੋੜ੍ਹੀ ਜਿਹੀ ਗੱਲ ਕਰਾਂਗੇ ਤੇ ਇਸ ਤੋਂ ਇਲਾਵਾ ਇੱਕ ਦੋ ਖਬਰਾਂ ਹੋਰ ਆ ਜਿਹਦੇ ਬਾਰੇ ਆਪਾਂ ਅੱਜ ਥੋੜ੍ਹੀ ਜਿਹੀ ਵਿਸਥਾਰ 'ਚ ਗੱਲ ਕਰਾਂਗੇ। ਤੇ ਸਭ ਤੋਂ ਪਹਿਲਾਂ ਆਪਾਂ ਉਹਨਾਂ ਨੂੰ ਜੀ ਆਇਆਂ ਕਹਿ ਲਈਏ ਜਿਨ੍ਹਾਂ ਨੇ ਸਾਨੂੰ ਸਭ ਕੁਝ ਦੱਸਣਾ। ਸਤੀ ਸਾਹਿਬ ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ ਜੀ। ਤੇਜਪਾਲ ਸਤੀ ਸਾਹਿਬ, ਕਿਸਾਨ ਸੰਘਰਸ਼ ਜੀ ਬੜੇ ਦਿਨਾਂ ਤੋਂ ਮੰਗ ਸੀਗੀ ਕਿਸਾਨ ਜਥੇਬੰਦੀਆਂ ਦੀ, ਮਹੀਨੇ ਤੋਂ ਉੱਪਰ ਹੋ ਗਿਆ ਜੀ। ਤੇ ਉਹ ਕੱਲ ਉਹਨਾਂ ਦੀ ਮੰਗ ਕਿਸੇ ਹੱਦ ਤੱਕ ਪੂਰੀ ਹੋਈ ਤੇ ਵਿਧਾਨ ਸਭਾ 'ਚ ਮਤਾ ਪਾ ਦਿੱਤਾ ਗਿਆ ਜੀ। ਉਹਦੇ ਬਾਰੇ ਦੱਸੋ ਥੋੜ੍ਹਾ ਜਿਹਾ। ਇਸ ਤਰ੍ਹਾਂ ਵੀ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਗਿਆ ਸੀ ਜੀ। ਪਹਿਲਾਂ ਉਹ ਇੱਕ ਦਿਨ ਲਈ ਸੀ, ਫਿਰ ਬਹੁਤ ਜ਼ੋਰ ਪਾਉਣ ਤੇ ਵਿਰੋਧੀ ਧਿਰ ਦੇ 2 ਦਿਨ ਦਾ ਹੋ ਗਿਆ, ਪਰ ਹੁਣ ਉਹ ਇੱਕ ਦਿਨ ਹੋਰ ਜਾਣੀ ਕਿ ਬੁੱਧਵਾਰ ਤੱਕ ਮਤਲਬ ਇੱਕ ਦਿਨ ਸਪੈਸ਼ਲ ਹੋਰ ਵਧਾ ਲਿਆ ਜੀ। ਉਹਦੇ ਕੱਲ ਦੂਸਰੇ ਦਿਨ ਮੰਗਲਵਾਰ ਨੂੰ ਪੰਜਾਬ ਦੀ ਜਿਹੜੀ ਸਮੁੱਚੀ ਕੈਬਨਿਟ ਹੈ, ਵਿਰੋਧੀ ਧਿਰਾਂ, ਉਹਨਾਂ ਨੇ ਸਾਰੀਆਂ ਸਿਆਸੀ ਵਲਗਣਾ ਦਰਕਨਾਰ ਕਰਕੇ ਸਰਬਸੰਮਤੀ ਦੇ ਨਾਲ ਕੇਂਦਰੀ ਖੇਤੀਬਾੜੀ ਕਾਨੂੰਨ ਨੂੰ ਰੱਦ ਕਰਨ ਵਾਲਾ ਜਿਹੜਾ ਆ ਬਿੱਲ ਲਿਆਣ ਕੇ ਉਹ ਪਾਸ ਕਰ ਦਿੱਤਾ ਹੈਗਾ। ਬਿਲਕੁਲ। ਔਰ ਉਹਦੇ ਤੇ ਵੱਖ-ਵੱਖ ਪ੍ਰਤੀਕਰਮ ਹੋਏ ਨੇ। ਪਹਿਲੀ ਗੱਲ ਤਾਂ ਇਹ ਵੀ ਜਿਵੇਂ ਜਿਹੜਾ ਸਾਬਕਾ ਮੁੱਖ ਮੰਤਰੀ ਹੋਰੀ 2 ਦਿਨ ਨਹੀਂ ਆਏ, ਪ੍ਰਕਾਸ਼ ਸਿੰਘ ਬਾਦਲ ਹੋਰੀ ਉਹਦੇ 'ਚ 2 ਦਿਨ ਸ਼ਾਮਲ ਨਹੀਂ ਹੋਏ ਜੀ। ਜਿਹੜਾ ਅਕਾਲੀ ਦਲ ਆ ਉਹਨਾਂ ਨੇ ਸ਼ਾਮ ਨੂੰ ਪ੍ਰੈਸ ਕਾਨਫਰੰਸ ਕੀਤੀ ਆ, ਉਹ ਕਹਿੰਦਾ ਵੀ ਜਿਹੜਾ ਵਣਜ ਵਪਾਰ ਬਿੱਲ ਆ ਉਹਦੇ ਨਾਲ ਅਸੀਂ ਸਹਿਮਤ ਨਹੀਂ ਗੇ। ਤਾਂ ਦੂਸਰਾ ਜਿਹੜਾ ਕਣਕ ਝੋਨੇ ਤੇ MSP ਦੀ ਗੱਲ ਕੀਤੀ ਗਈ ਆ ਬਿੱਲਾਂ 'ਚ, ਵੀ ਸਾਰੀਆਂ ਜਿਣਸਾਂ ਜਿਹੜੀਆਂ ਕਿਸਾਨ ਪੈਦਾ ਕਰਦਾ ਆ ਉਹਨਾਂ ਸਾਰੀਆਂ ਤੇ MSP ਹੋਵੇ ਜੀ। ਮੋਟੇ ਤੌਰ ਤੇ ਆਪਾਂ ਗੱਲ ਕਰੀਏ ਬਿੱਲਾਂ ਦੀ, ਤਾਂ ਬਿੱਲਾਂ ਬਾਰੇ ਇਹ ਕੇਂਦਰ ਸਰਕਾਰ ਨੂੰ ਕਿਹਾ ਗਿਆ ਵੀ ਇੱਕ ਤਾਂ ਨਵਾਂ ਆਰਡੀਨੈਂਸ ਲਿਆਂਦਾ ਜਾਵੇ, ਜਿਹੜੇ ਖੇਤੀਬਾੜੀ ਕਾਨੂੰਨ ਬਣੇ ਨੇ ਉਹ ਰੱਦ ਹੋਣ, ਘੱਟੋ ਘੱਟ ਸਮਰਥਨ ਮੁੱਲ ਜਿਹੜਾ ਆ ਉਹ ਯਕੀਨੀ ਬਣਾਇਆ ਜਾਵੇ ਜੀ, ਤੇ ਫਸਲਾਂ ਦੀ ਖਰੀਦ ਨਿਰੰਤਰ ਨਿਰਵਿਘਨ ਜਿਹੜੀ ਆ ਉਹ ਹੋਵੇ। ਮੋਟੇ ਤੌਰ ਤੇ ਇਹ ਗੱਲਾਂ ਨੇ, ਠੀਕ ਹੈ ਜੀ। ਉਸ ਤੇ ਕੇਂਦਰੀ ਖੇਤੀਬਾੜੀ ਮੰਤਰੀ ਜਿਹੜੇ ਨਰਿੰਦਰ ਤੋਮਰ ਹੋਰੀ ਆ ਜੀ, ਉਹਨਾਂ ਨੇ ਬੜਾ ਚਲਾਵਾਂ ਜਿਹਾ ਬਿਆਨ ਦਿੱਤਾ ਵੀ ਮੈਨੂੰ ਪਤਾ ਲੱਗਾ ਪੰਜਾਬ ਵਿਧਾਨ ਸਭਾ ਦੇ ਵਿੱਚ ਜਿਹੜਾ ਹੈਗਾ ਇਸ ਤਰ੍ਹਾਂ ਦਾ ਕੋਈ ਬਿੱਲ ਪਾਸ ਕੀਤੇ ਗਏ ਆ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਸੰਬੰਧੀ, ਤੇ ਇਹਦੇ ਵੀ ਆਪਾਂ ਇਹਨੂੰ ਜਾਂਚਾਂਗੇ, ਉਹਦੇ ਵੇਖਾਂਗੇ ਵੀ ਕੀ ਉਹਨਾਂ ਨੇ ਕਿਹਾ ਹੈਗਾ, ਤੇ ਉਸ ਤੋਂ ਬਾਅਦ ਜਿਹੜੀ ਕੇਂਦਰੀ ਹਕੂਮਤ ਆ ਜੋ ਵੀ ਫੈਸਲਾ ਕਰੂਗੀ, ਆਇਆ ਉਹ ਕਾਨੂੰਨ ਰੱਦ ਕਰਨੇ ਆ ਜਾਂ ਨਵਾਂ ਆਰਡੀਨੈਂਸ ਲਿਆਉਣਾ ਹੈ, ਤੇ ਉਹ ਸਾਰਾ ਕੁਝ ਜਿਹੜਾ ਆ ਉਹ ਕਿਸਾਨਾਂ ਦੇ ਹਿੱਤ ਵਿੱਚ ਹੋਏਗਾ। ਇਹਦੇ 'ਚ ਸਤੀ ਸਾਹਿਬ ਇੱਕ ਹਾਸੇ ਦੀ ਗੱਲ ਹੈ ਵੀ ਖੇਤੀਬਾੜੀ ਮੰਤਰੀ ਤੋਮਰ ਸਾਹਿਬ ਨੂੰ ਜੋ ਇਹੀ ਨਹੀਂ ਪਤਾ ਵੀ ਪੰਜਾਬ ਦੇ ਵਿੱਚ ਕਿਸਾਨਾਂ ਦੇ ਹੱਕ 'ਚ ਕੀ ਹੋ ਰਿਹਾ ਜੀ। ਕਹਿੰਦੇ ਮੇਰੇ ਸੁਣਨ 'ਚ ਆਇਆ ਸੁਣਨ 'ਚ ਆਇਆ, ਇਹਦਾ ਮਤਲਬ ਤੁਸੀਂ ਇਲੈਕਸ਼ਨ 'ਚ ਬਿਜ਼ੀ ਰਹੇ ਹੋ ਜੀ। ਉਹ ਮਤਲਬ ਤੁਹਾਡੇ ਆਗੂ ਤਾਂ ਇੱਥੇ ਲੋਕਾਂ ਨੂੰ ਸਮਝਾਉਣ ਤੁਰਿਓ ਆ, ਜਿਨ੍ਹਾਂ ਦਾ ਨਿਤ ਦਿਨ ਵਿਰੋਧ ਹੁੰਦਾ, ਘੇਰ ਕੇ ਲੋਕ, ਮੈਂ ਉਹ ਸ਼ਬਦ ਨਹੀਂ ਵਰਤਣਾ ਚਾਹੁੰਦਾ ਜਿਹੋ ਜਿਹਾ ਉਹਨਾਂ ਨਾਲ ਵਿਵਹਾਰ ਕਰਦੇ ਨੇ, ਤਾਂ ਉਹ ਕਹਿੰਦੇ ਆ ਮੈਨੂੰ ਸੁਣਨ 'ਚ ਆਇਆ, ਠੀਕ ਹੈ। ਖੈਰ, ਉਹ ਜਿਹੜੀਆਂ ਗੱਲਾਂ ਨੇ ਉਹ ਕਹਿੰਦੇ ਵੀ ਅਸੀਂ ਸਾਰੀ ਘੋਖ ਵਿਚਾਰ ਕਰਾਂਗੇ ਤਾਂ ਫਿਰ ਕੋਈ ਫੈਸਲਾ ਕੇਂਦਰ ਲਊਗਾ। ਇਸ ਪਿੱਛੋਂ ਜਿਹੜਾ ਹੈਗਾ ਵੀ ਜਿਹੜੀ ਹੁਣ ਆਪਾਂ ਆ ਜਾਈਏ ਕਿਸਾਨ ਜਥੇਬੰਦੀਆਂ ਦੀ ਗੱਲ ਕਰੀਏ, 30 ਜਥੇਬੰਦੀਆਂ ਅੱਜ ਕਿਸਾਨ ਭਵਨ ਦੇ ਵਿੱਚ ਜਿਹੜਾ ਆਪਣੀ ਮੀਟਿੰਗ ਕਰ ਰਹੀਆਂ ਨੇ, ਔਰ ਉਹ ਫਿਰ ਜਿਹੜਾ ਅਗਲਾ ਸੰਘਰਸ਼ ਦੀ ਰੂਪ ਰੇਖਾ ਆ ਉਹ ਉਲੀਕਣਗੇ, ਠੀਕ ਹੈ ਜੀ। ਉਹ ਕਹਿੰਦੇ ਨੇ ਵੀ ਜਿਹੜੀਆਂ ਵੀ ਮੁੱਖ ਮੰਤਰੀ ਨੇ ਕੀ ਕਿਹਾ, ਅੰਦੋਲਨ ਗਾਂ ਆਪਾਂ ਕੀ ਕਰਨਾ। ਇਸੇ ਤਰ੍ਹਾਂ ਜਿਹੜੀ ਕਿਸਾਨ ਉਹਨਾਂ ਦੇ ਜਿਹੜੇ ਦਰਸ਼ਨਪਾਲ ਪਟਿਆਲਾ ਹੋਰੀ ਨੇ, ਉਹ ਇਹਨਾਂ ਜਥੇਬੰਦੀਆਂ ਦੇ ਕੋਆਰਡੀਨੇਟਰ ਨੇ, ਡਾਕਟਰ ਦਰਸ਼ਨਪਾਲ ਹੋਰੀ, ਉਹਨਾਂ ਨੇ ਕਿਹਾ ਵੀ ਅਸੀਂ ਅੱਜ ਦੀ ਮੀਟਿੰਗ ਤੋਂ ਬਾਅਦ। ਇਸੇ ਤਰ੍ਹਾਂ ਜਿਹੜੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ, ਉਹਨਾਂ ਦੇ ਜਿਹੜੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਹੋਰੀ ਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਹੋਰੀ, ਉਹ ਵੀ ਜਿਹੜਾ ਮਤਲਬ ਕੱਲ, ਅੱਜ ਤਾਂ ਉਹਨਾਂ ਨੇ 21 ਤਰੀਕ ਨੂੰ ਕੋਰ ਕਮੇਟੀ ਦੀ ਆਪਣੀ ਦੀ ਮੀਟਿੰਗ ਸੱਦੀ ਹੋਈ ਹੈ ਜੀ, ਤੇ ਕੱਲ 22 ਅਕਤੂਬਰ ਨੂੰ ਉਹ ਅਗਲੇ ਸੰਘਰਸ਼ ਦਾ ਐਲਾਨ ਕਰਨਗੇ। ਠੀਕ ਹੈ ਜੀ। ਸੋ ਮੌਜੂਦਾ ਸਥਿਤੀ ਇਹੋ ਜਿਹੀ ਹੈ ਜੀ। ਇਹਦੇ 'ਚ ਜਦੋਂ ਆਪਾਂ ਇਹਨਾਂ ਬਿੱਲਾਂ ਨੂੰ ਥੋੜ੍ਹਾ ਜਿਹਾ ਦੇਖਦੇ ਜਿਹੜੇ ਕੱਲ ਪਏ ਆ ਜੀ, ਮੈਂ ਕੱਲ ਦੇਖ ਰਿਹਾ ਸੀ ਸੋਸ਼ਲ ਮੀਡੀਆ ਤੇ ਵੀ ਇੱਕ ਐਡਵੋਕੇਟ ਸਾਹਿਬ ਸੀਗੇ ਕੋਈ ਜੀ, ਤੇ ਉਹਨਾਂ ਨੇ ਜਿਹੜੀ ਗੱਲ ਕਹੀ ਆ, ਕਹਿੰਦੇ
ਰਾਜਪਾਲ ਸਾਹਿਬ ਜੇ ਤੇ ਸਾਈਨ ਕਰ ਵੀ ਦਿੰਦੇ ਆ ਜੀ ਫੇਰ ਵੀ ਇਹ ਜਿਹੜਾ ਐਕਟ ਨਹੀਂ ਬਣਨੇ ਬਿੱਲ, ਕਿਉਂਕਿ ਇਹਦੇ ਲਈ ਰਾਸ਼ਟਰਪਤੀ ਦੀ ਮਨਜ਼ੂਰੀ ਦੀ ਉਹ ਲੋੜ ਹੈ। ਜਾਣੀ ਕਿ ਰਾਜਪਾਲ ਤਾਂ ਸਿਰਫ ਸਿਫਾਰਿਸ਼ ਕਰ ਸਕਦੇ, ਆਪਣੇ ਦਸਤਖਤ ਕਰ ਸਕਦੇ ਨੇ ਜੀ ਤੇ ਉਸ ਤੋਂ ਬਾਅਦ ਤਾਂ ਅੱਗੇ ਫਿਰ ਰਾਸ਼ਟਰਪਤੀ ਕੋਲ ਜਾਣੇ ਨੇ। ਜੀ ਰਾਸ਼ਟਰਪਤੀ ਬਜਾਤੇ ਖੁਦ ਕੁਝ ਨਹੀਂ ਕਰ ਸਕਦੇ, ਉਹ ਦੋ ਕੰਮ ਕਰ ਸਕਦੇ ਨੇ। ਇੱਕ ਤਾਂ ਉਹ ਕੇਂਦਰੀ ਹਕੂਮਤ ਨੂੰ ਵਾਪਸ ਭੇਜ ਸਕਦੇ ਆ ਵੀ ਤੇ ਪੁਨਰ ਵਿਚਾਰ ਕਰੋ, ਜੀ ਜਾਂ ਉਹ ਸੁਪਰੀਮ ਕੋਰਟ 'ਚ ਭੇਜ ਸਕਦੇ ਆ ਵੀ ਸੁਪਰੀਮ ਕੋਰਟ ਦੇ ਜਿਹੜੇ ਜੱਜ ਸਾਹਿਬਾਨ ਨੇ ਜਾਂ ਚੀਫ ਜਸਟਿਸ ਹੈਗੇ ਨੇ ਉਹ ਉਹਦੇ ਤੇ ਮਤਲਬ ਗੌਰ ਕਰਨ ਵੀ ਆਇਆ ਇਹ ਕਿਸਾਨਾਂ ਦੇ ਹਿੱਤ ਵਿੱਚ ਆ, ਦੇਸ਼ ਦੇ ਹਿੱਤ ਵਿੱਚ ਆ, ਜਾਂ ਇਹਦੀ ਕੋਈ ਰਿਵੀਜ਼ਨ ਕਿਸੇ ਕਿਸਮ ਦੀ ਲੋੜ ਆ ਜਾਂ ਸੋਧ ਦੀ ਲੋੜ ਆ। ਜੀ ਸੋ ਰਾਸ਼ਟਰਪਤੀ ਵੀ ਆਪਣੇ ਤੌਰ ਤੇ, ਪਰ ਰਾਸ਼ਟਰਪਤੀ ਆਮ ਤੌਰ ਤੇ ਜਿਹੜੇ ਆ ਨਾ ਉਹ ਹਕੂਮਤ ਜਿਹੜੀ ਹੁੰਦੀ ਕੇਂਦਰੀ ਉਹਦੇ ਤੋਂ ਬਾਹਰ ਕੱਟੇ ਜਾਂਦੇ ਦੇਖੇ ਨੇ। ਜੀ ਜੀ ਤੇ ਇਹਨਾਂ ਨੇ ਕਿਸਾਨ ਜਥੇਬੰਦੀਆਂ ਨੇ ਇਹਦਾ ਸਵਾਗਤ ਤੇ ਕੀਤਾ, ਪਰ ਖਦਸ਼ੇ ਵੀ ਪ੍ਰਗਟਾਏ ਨੇ। ਜਿਵੇਂ ਉਹ ਕਹਿੰਦੇ ਵੀ ਸਿਰਫ ਕਣਕ ਝੋਨਾ ਜਿਹੜਾ ਫਸਲ ਥੋੜ੍ਹਾ ਹੁੰਦੀ ਹੈ ਜੀ ਵੀ MSP ਜਿਹੜੀ ਆ ਸਾਰੀਆਂ ਫਸਲਾਂ ਦੀ ਕਿਉਂ ਨਹੀਂ ਮੰਗੀ ਗਈ। ਜੀ ਬਿੱਲ ਦੇ ਵਿੱਚ ਇਹੋ ਜੀ ਕੋਈ ਮੱਦ ਨਹੀਂ ਪਈ, ਹੋਰ ਫਸਲਾਂ ਦਾ ਜ਼ਿਕਰ ਕੀਤਾ ਹੋਇਆ। ਜੀ ਇਹਦੇ ਨਾਲ ਇੱਕ ਜਿਹੜੀ ਬਹੁਤ ਮਤਲਬ ਵੱਡੀ ਗੱਲ ਕੀਤੀ ਆ ਉਹ ਹੈਗੀ ਆ 2.5 ਏਕੜ ਦੇ ਜਿਹੜੇ ਕਿਸਾਨ ਦੇ ਜੇ ਕੋਈ ਉਹ ਮਤਲਬ ਉਹਦੇ ਨਾਲ ਅਟੈਚ ਨਹੀਂ ਕਰ ਸਕਦੇ ਉਹਦੀ ਕਰਜ਼ੇ ਦੇ ਨਾਲ। ਬਿਲਕੁਲ, ਉਹ ਜਿਵੇਂ ਆਮ ਤੌਰ ਤੇ ਬੈਂਕਾਂ ਜਿਹੜੀਆਂ ਆ ਜਾਂ ਹੋਰ ਸੰਸਥਾਵਾਂ ਜਿਹੜੀਆਂ ਕੋਆਪਰੇਟਿਵ ਬੈਂਕਾਂ ਹੋ ਗਈਆਂ ਜਾਂ ਨੈਸ਼ਨਲਾਈਜ਼ਡ ਬੈਂਕਾਂ ਆ, ਕਿਸਾਨਾਂ ਦੀ ਜਿਹੜੀ ਜ਼ਮੀਨ ਹੈ, ਜਿਹੜੀ ਥੋੜੀ ਜਿਹੀ ਜ਼ਮੀਨ ਵਿਚਾਰਿਆਂ ਕੋਲ ਹੁੰਦੀ, ਉਹਨੂੰ ਅਟੈਚ ਕਰ ਲੈਂਦੇ ਨੇ ਉਹਦੇ ਨਾਲ। ਸੋ ਜੇ ਉਹ ਇਸ ਸਥਿਤੀ ਵਿੱਚ ਨਹੀਂ ਹੁੰਦਾ ਕਦੀ ਪਈ ਉਹ ਆਪਣਾ ਕਰਜ਼ਾ ਨਾ ਮੋੜ ਸਕੇ ਤਾਂ ਬੈਂਕਾਂ ਕੁਰਕੀ ਜਾਇਦਾਦ ਦੀ ਕੁਰਕੀ ਕਰ ਲੈਂਦੀਆਂ ਨੇ। ਕੁਝ ਘਰ ਵਿਚਾਰਿਆਂ ਦੇ ਜ਼ਮੀਨਾਂ ਹੁੰਦੀਆਂ ਨੇ, ਕਿਸੇ ਦਾ ਟਰੈਕਟਰ ਨਾਲ ਜੋੜਿਆ ਹੁੰਦਾ, ਠੀਕ ਹੈ। ਸੋ ਉਹ ਜਿਹੜੀ ਮੱਦ ਹੈ ਉਹ ਕਿਸਾਨਾਂ ਦੇ ਬਿਲਕੁਲ ਹੱਕ ਦੇ ਵਿੱਚ ਆ। ਇਹ ਗੱਲ ਪਈ ਘੱਟੋ ਘੱਟ ਉਹਨਾਂ ਦੀ ਜ਼ਮੀਨ ਤਾਂ ਨਹੀਂ ਵਿਕੇਗੀ ਨਾ, ਜੇ ਪੈਦਾਵਾਰ ਦਾ ਸਾਧਨ ਰੋਟੀ ਰੋਜ਼ੀ ਆ ਉਹਨਾਂ ਦੀ, ਤੇ ਉਹੀ ਬੈਂਕਾਂ ਹੜੱਪ ਲੈਂਦੀਆਂ ਨੇ ਆਣ ਕੇ ਆਪਣੇ ਨਾਲ। ਆੜਤੀਏ ਜਿਹੜੇ ਆ ਉਹ ਨੱਪ ਲੈਂਦੇ ਆ ਜ਼ਮੀਨ। ਹਜ਼ਾਰਾਂ ਕੇਸ ਨੇ ਮਾਲਵੇ ਦੇ ਵਿੱਚ, ਦੁਆਬੇ ਦੇ ਵਿੱਚ, ਹਾਲੇ ਘੱਟ ਨੇ ਪਰ ਮਾਝੇ 'ਚ ਵੀ ਘੱਟ ਆ। ਮਾਲਵਾ ਖਿੱਤੇ ਦੇ ਵਿੱਚ ਜਿਹੜੇ ਆੜਤੀਏ ਆ ਉਹ ਪੁਲਿਸ ਨਾਲ ਜਾਂ ਹੋਰ ਆਲਾ ਲੋਕਾਂ ਦੇ ਨਾਲ ਰਲ ਕੇ ਇਸ ਤਰ੍ਹਾਂ ਬਹੁਤ ਸਾਰੇ ਕਿਸਾਨਾਂ ਦੀ, ਗਰੀਬਾਂ ਦੀ ਜ਼ਮੀਨ ਦੱਬੀ ਗਈ ਹੈ। ਜੀ ਇਹਦੇ 'ਚ ਕਿਸਾਨ ਜਥੇਬੰਦੀਆਂ ਨੇ ਜਿਹੜਾ ਕਿਹਾ ਨਾ, ਉਹਨੇ ਕਿਹਾ ਵੀ ਕੈਪਟਨ ਸਾਹਿਬ ਨੇ ਜਦੋਂ ਵੋਟਾਂ ਲੈਣੀਆਂ ਸੀ ਜੀ ਉਦੋਂ ਇਹਨਾਂ ਨੇ ਸਾਨੂੰ 10 ਕਿੱਲੇ ਤੱਕ ਪ੍ਰੋਮਿਸ ਕੀਤਾ ਸੀਗਾ, ਤੇ ਹੁਣੇ 2.5 ਕਿੱਲੇ ਤੇ ਕਿਉਂ ਆ ਗਏ? 5 ਤੋਂ 2.5 ਤੇ ਆ ਗਏ। ਹਾਂ, ਸੋ ਪਿੱਛੇ ਜੇ ਆੜਤੀਆਂ ਦੀ ਹਮਾਇਤ ਵਿੱਚ ਵੀ ਮਤਲਬ ਜਦੋਂ ਆੜਤੀਏ ਇਕੱਠੇ ਹੋ ਕੇ ਜਾਂਦੇ ਨੇ, ਅਸਲ 'ਚ ਕਹਿੰਦੇ ਹੁੰਦੇ ਆ ਭਈ ਜਿਹੜਾ ਤਕੜਾ ਉਹਦਾ 7ਵੀਂ ਹੀ 100 ਹੁੰਦਾ ਜੀ, ਤੇ ਜਿਹੜੀਆਂ ਇਹੋ ਮਤਲਬ ਤਕੜਿਆਂ ਨਾਲ ਹੀ ਲੋਕ ਖੜੇ ਹੁੰਦੇ ਨੇ, ਕਮਜ਼ੋਰ ਦੀ ਧਿਰ ਕੋਈ ਬਣਦਾ ਹੈਗਾ। ਇਹ ਦਾਅਵੇ ਤਾਂ ਜ਼ਰੂਰ ਕਰਦੇ ਆ ਕੈਪਟਨ ਸਾਹਿਬ ਭਈ ਮੈਂ ਕਿਸਾਨਾਂ ਦੇ ਨਾਲ ਆ, ਮਜ਼ਦੂਰਾਂ ਦੇ ਨਾਲ ਆ, ਪਰ ਉਹ ਗੱਲ ਆੜਤੀਆਂ ਦੀ ਕਰਨਗੇ, ਗੱਲ ਜਿਹੜੇ ਉੱਪਰਲਾ ਵਰਗ ਆ ਉਹਨਾਂ ਦੀ ਕਰਨਗੇ। ਜੀ ਸੱਤੀ ਸਾਹਿਬ, ਇਹ ਜਿਹੜੇ 3 ਆਪਣੇ ਕੱਲ 3 ਕੀ 4 ਜਿਹੜੇ ਬਿੱਲ ਪੇਸ਼ ਹੋਏ ਆ, 3 ਕਿਸਾਨੀ ਨਾਲ ਸੰਬੰਧਿਤ ਨੇ, ਠੀਕ ਆ, ਜਿਹਦੇ ਵਿੱਚ MSP ਵੀ ਹੈਗੀ ਆ, ਦੂਜਾ ਜਮਾਖੋਰੀ ਆ ਜੀ, ਤੇ ਤੀਜਾ ਬਿਜਲੀ ਦਾ। ਬਿਲਕੁਲ, ਇਹਨਾਂ ਦਾ ਜੇ ਉਹ ਮੰਨ ਲਓ ਵੀ ਆਪਾਂ ਇਹਦੇ ਵਿੱਚ ਕਾਮਯਾਬ ਹੋ ਜਾਂਦੇ, ਪੰਜਾਬੀ ਕਾਮਯਾਬ ਹੋ ਜਾਂਦੇ ਆ ਵੀ ਰਾਸ਼ਟਰਪਤੀ ਤੋਂ ਵੀ ਸਾਈਨ ਕਰਾਉਣ 'ਚ, ਹਾਂਜੀ, ਫੇਰ ਕੀ ਇਹਨਾਂ ਤੇ ਅਸਰ ਹੋਊਗਾ? ਤੇ ਜੇ ਨਹੀਂ ਹੁੰਦਾ ਤੇ ਫਿਰ ਅਗਲੀ ਰਣਨੀਤੀ ਕੀ ਹੋਣੀ ਚਾਹੀਦੀ? ਅਗਲੀ ਰਣਨੀਤੀ ਦੇਖੋ ਜੀ, ਜਿਹੜੇ ਅਕਾਲੀ ਦਲ ਵਾਲੇ ਨੇ ਮਸਲਨ ਉਹ ਕਹਿ ਚੁੱਕੇ ਆ ਵੀ ਅਸੀਂ ਜਿੰਨੇ ਵਿਧਾਇਕ ਹੈਗੇ ਆ ਸਾਰੇ ਅਸਤੀਫਾ ਦੇ ਦਾਂਗੇ। ਕੈਪਟਨ ਅਮਰਿੰਦਰ ਸਿੰਘ ਹੋਰੀ ਕਹਿੰਦੇ ਆ ਵੀ ਮੈਨੂੰ ਨਾ ਹਕੂਮਤ ਪਿਆਰੀ ਨਹੀਂ, ਕਿਸਾਨਾਂ ਮਜ਼ਦੂਰਾਂ ਦੇ ਹਿੱਤ ਪਿਆਰੇ ਨੇ। ਕਹਿੰਦੇ ਸੀ ਮੈਂ ਅਸਤੀਫਾ ਜੇਬ 'ਚ ਪਾ ਕੇ ਹਾਂ, ਇਹ ਦੇਖੋ ਉਹ ਕਹਿੰਦੇ ਮੈਂ 2 ਵਾਰੀ ਪਹਿਲਾਂ ਵੀ ਅਸਤੀਫਾ ਦੇ ਚੁੱਕਾ। ਬਿਲਕੁਲ, ਇਹ ਗੱਲ ਤਾਂ ਉਹਨਾਂ ਦੀ, ਇਹਦਾ ਸਵਾਗਤ ਕਰਨਾ ਬਣਦਾ। ਬਿਲਕੁਲ, ਵੀ ਸੂਬੇ ਦੇ ਹਿੱਤ ਪਹਿਲਾਂ, ਸੂਬੇ ਦੇ ਲੋਕ ਪਹਿਲਾਂ, ਤੇ ਹਕੂਮਤ ਗੱਦੀ ਜਿਹੜੀ ਉਹ ਦੂਸਰੇ ਥਾਂ। ਬਿਲਕੁਲ, ਉਹਨਾਂ ਨੂੰ ਤਾਂ ਪਹਿਲਾਂ ਹੀ ਇਹ ਖਦਸ਼ਾ ਹੈਗਾ ਵੀ ਕੋਈ ਵੱਡੀ ਗੱਲ ਨਹੀਂ, ਕੱਲ੍ਹ ਨੂੰ ਕੇਂਦਰ ਜਿਹੜਾ ਆ ਉਹ ਰਾਜਪਾਲ ਨੂੰ ਸੂਬਾ ਸਰਕਾਰ ਅਸੈਂਬਲੀ ਭੰਗ ਕਰਨ ਦੀ ਸਿਫਾਰਿਸ਼ ਕਰ ਦੇਵੇ ਜੀ, ਠੀਕ ਹੈ, ਕੋਈ ਨਾ ਕੋਈ ਇੱਥੇ ਇਹੋ ਜਿਹੇ ਹਾਲਾਤ ਪੈਦਾ ਕਰ ਦੇਵੇ। ਇਸ ਤਰ੍ਹਾਂ ਅਕਾਲੀਆਂ ਦਾ ਕਹਿਣਾ, ਇਸੇ ਤਰ੍ਹਾਂ ਜਿਹੜੀ ਕਾਂਗਰਸ ਆ, ਇਹ ਦੋ ਤਰ੍ਹਾਂ ਦੀ ਸਥਿਤੀ ਪੈਦਾ ਹੋ ਸਕਦੀ ਆ ਜੀ। ਇੱਕ ਤਾਂ ਕੇਂਦਰ ਇੱਥੇ ਧੱਕਾ ਕਰ ਸਕਦਾ, ਜੇ ਇਸ ਤਰ੍ਹਾਂ ਨਹੀਂ ਹੁੰਦਾ, ਕੇਂਦਰ ਉਹਨਾਂ ਕਾਨੂੰਨਾਂ ਨੂੰ ਰੱਦ ਕਰ ਦਿੰਦਾ ਵਿਰੋਧ ਦੇ ਮੱਦੇਨਜ਼ਰ,
ਫਿਰ ਸਥਿਤੀ ਇਹਦੇ ਉਲਟ ਵੀ ਹੋ ਸਕਦੀ ਆ, ਠੀਕ ਹੈ। ਪਰ ਰਾਜਾ ਸਾਹਿਬ ਦੋਵੇਂ ਤਰ੍ਹਾਂ ਹੀਰੋ ਨੇ ਮੌਜੂਦਾ ਸਥਿਤੀ 'ਚ ਜੇ ਦੇਖਿਆ ਜਾਵੇ। ਪਹਿਲਾਂ ਸਾਡੇ ਵਿਰੋਧੀ ਧਿਰਾਂ ਆਪ ਅਕਾਲੀ ਦਲ ਵਾਲੇ ਸਾਰੇ ਰੌਲਾ ਪਾਉਂਦੇ ਸੀ ਜੀ ਵੀ ਇਜਲਾਸ ਨਹੀਂ ਸੱਦੇ, ਹੁਣ ਸੱਦ ਕੇ ਉਹਨਾਂ ਨੇ ਭਾ ਵੀ ਦਿੱਤਾ। ਮੰਨ ਲਓ ਵੀ ਬਿੱਲ ਜਿਹੜੇ ਆ ਉਹ ਕੁਝ ਮੱਦਾਂ ਕਵਰ ਨਹੀਂ ਕਰਦੇ ਜਾਂ ਉਹ ਜਿਹੜਾ ਆ ਉਹ ਬਿਲਕੁਲ ਕਿਸਾਨਾਂ ਮਜ਼ਦੂਰਾਂ ਦੀ ਜਿਹੜੀ ਸਮੁੱਚੇ ਰੂਪ ਵਿੱਚ ਗੱਲ ਨਹੀਂ ਕੀਤੀ ਗਈ, ਤਾਂ ਉਹਦੇ ਵਿੱਚ ਸੋਧ ਦੀਆਂ ਗੁੰਜਾਇਸ਼ਾਂ ਹੁੰਦੀਆਂ ਹੈਗੀਆਂ, ਠੀਕ ਆ। ਰਾਜਾ ਸਾਹਿਬ ਮੈਨੂੰ ਲੱਗਦਾ ਨਹੀਂ ਵੀ ਉਸ ਗੱਲ ਤੋਂ ਪਿੱਛੇ ਹਟਣਗੇ ਜਿੱਥੇ ਸੂਬੇ ਦੇ ਹਿੱਤ ਜਿਹੜੇ ਆ ਉਹ ਪਿਆਰੇ ਹੋਣ। ਠੀਕ ਹੈ। ਹੁਣ ਇਹ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜਿਹੜੀ ਉਹਨਾਂ ਨੇ ਕੱਲ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਆ, ਕਹਿੰਦੇ ਵੀ ਰਾਜਪਾਲ ਸਾਹਿਬ ਇਹ 'ਤੇ ਸਾਈਨ ਕਰ ਦੇਣਗੇ, ਠੀਕ ਹੈ, ਜੇ ਨਹੀਂ ਕਰਦੇ ਤਾਂ ਸਾਡੇ ਕੋਲ ਹੋਰ ਰਸਤੇ ਵੀ ਆ। ਦੇਖੋ ਉਹਨਾਂ ਨੇ ਕੈਪਟਨ ਸਾਹਿਬ ਨੇ ਪਹਿਲਾਂ ਤਾਂ ਆਪਾਂ ਇਹ ਗੱਲ ਕਰੀਏ ਭਈ ਦੇਖੋ ਕੱਲ ਉਹ ਉੱਥੇ ਗਏ ਨੇ ਜੀ, ਸਾਰੀਆਂ ਵਿਰੋਧੀ ਧਿਰਾਂ ਉਹਨਾਂ ਨੇ ਪਹਿਲੀ ਗੱਲ ਤਾਂ ਅਸੈਂਬਲੀ ਦੀ ਆਪਾਂ ਗੱਲ ਕਰ ਲਈਏ ਜੀ ਭਈ ਵਿਰੋਧੀ ਧਿਰਾਂ ਜਿਹ 'ਚ ਆਪ ਨੇ ਅਕਾਲੀ ਹੈ, ਕੈਪਟਨ ਸਾਹਿਬ ਹਕੂਮਤ ਕਰ ਰਹੇ ਨੇ, ਬਿਲਕੁਲ ਉਹਨਾਂ ਵਿਰੋਧੀ ਧਿਰ ਨੇ ਇਹਨਾਂ ਨੂੰ ਹਾਕਮ ਧਿਰ ਨੂੰ ਰਗੜੇ ਲਾਉਣ ਦੀ ਬਜਾਏ ਜਿੱਦਾਂ ਆਮ ਤੌਰ ਤੇ ਕਰਦੀ ਆ ਵਿਰੋਧੀ ਧਿਰ, ਸਾਰਿਆਂ ਨੇ ਸਮੁੱਚੇ ਰੂਪ ਵਿੱਚ ਯਕਜਹਿਤੀ ਪ੍ਰਗਟਾਉਂਦਿਆਂ ਕੇਂਦਰ ਸਰਕਾਰ ਨੂੰ ਰਗੜੇ ਲਾਏ ਨੇ। ਬਿਲਕੁਲ ਇਹ ਵੱਡੀ ਗੱਲ ਹੈ ਜੀ। ਭਈ ਦੇਖੋ ਸੂਬਾ ਜਿਹੜਾ ਆ ਉਹ ਜਦੋਂ ਹਿੱਤ ਮਰਦੇ ਦੇਖੇ ਆ ਜਾਂ ਗਲ ਗੁੱਠਾ ਆਉਂਦਾ ਦੇਖਿਆ ਕਿਸਾਨ ਮਜ਼ਦੂਰ ਦੇ ਨਹੀਂ ਸਾਰਿਆਂ ਦੇ ਹੀ, ਤਾਂ ਉਹ ਇਕੱਠੇ ਹੋਏ ਆ, ਇਹ ਗੱਲ ਤਾਂ ਸ਼ਲਾਘਾ ਕਰਨੀ ਬਣਦੀ ਆ। ਦੂਸਰਾ, ਕੱਲ ਜਦੋਂ ਕੈਪਟਨ ਸਾਹਿਬ ਇਸ ਤੋਂ ਪਿੱਛੋਂ ਬਿੱਲ ਪਾਸ ਕਰਨ ਤੋਂ ਬਾਅਦ ਉਹਨਾਂ ਦੀਆਂ ਕਾਪੀਆਂ ਰਾਜਪਾਲ ਸ਼੍ਰੀ VP ਸਿੰਘ ਬਦਨੌਰ ਹੋਰਾਂ ਨੂੰ ਸੌਂਪਣ ਗਏ ਆ, ਉਹ 'ਚ ਸਮੁੱਚੀ ਜਿਹੜੀ ਵਿਰੋਧੀ ਧਿਰ ਆ ਉਹਨਾਂ ਦੇ ਨਾਲ ਗਈ ਆ ਸਵਾਏ ਭਾਜਪਾ ਦੇ, ਔਰ ਭਾਜਪਾ ਵਾਲਿਆਂ ਦਾ ਮੇਰੀ ਚਾਚੇ ਭਾਜਪਾ ਹੁਣ ਹਾਸ਼ੀਏ ਤੇ ਚਲ ਗਈ ਆ ਪੰਜਾਬ ਦੇ ਵਿੱਚ ਜੀ। ਤੇ ਨਾਲ ਇਹ ਵੀ ਕਿਹਾ ਵੀ ਜਦੋਂ ਪ੍ਰੈਸ ਕਾਨਫਰੰਸ ਇਹੀ ਕਿਹਾ ਗਿਆ ਵੀ ਜੇ ਉਹ ਨਹੀਂ ਕਰਦੇ ਤਾਂ ਫਿਰ ਸਾਡੇ ਕੋਲ ਹੋਰ ਬਦਲ ਹੈਗੇ ਆ, ਹੈ ਨਾ, ਤੇ ਉਹ ਬਦਲ ਜਿਹੜੇ ਆ ਆਪਾਂ ਦੇਖਾਂਗੇ ਵੀ ਕੀ ਹੋ ਸਕਦੇ ਨੇ। ਜਿਹੜੀ ਤੁਸੀਂ ਭਾਜਪਾ ਦੀ ਗੱਲ ਕੀਤੀ ਵੀ ਭਾਜਪਾ ਹਾਸ਼ੀਏ ਤੇ ਚਲੇ ਗਈ ਆ ਜੀ, ਤੇ BJP ਵਾਲਿਆਂ ਨੇ ਉੱਥੇ ਨਾ ਜਾ ਕੇ ਇਹ ਦਿਖਾਇਆ ਨਹੀਂ ਵੀ ਅਸੀਂ ਤੇ ਕੇਂਦਰ ਸਰਕਾਰ ਦੇ ਬੰਦੇ ਪੰਜਾਬ 'ਚ ਬੈਠੇ ਆ, ਅਸੀਂ ਸਾਨੂੰ ਪੰਜਾਬ ਨਾਲ ਲੈਣਾ ਦੇਣਾ ਕੋਈ ਨਹੀਂ। ਬਿਲਕੁਲ ਜਿਹੋ ਜੀ ਉਹਨਾਂ ਦਾ ਰਵੱਈਆ ਰਿਹਾ ਕੱਲ, ਜਾਂ ਜੋ ਦੇਖੋ ਕਹਿੰਦੇ ਹੁੰਦੇ ਆ ਵੀ ਐਕਸ਼ਨ ਸਪੀਕਸ ਲਾਊਡਰ ਦੈਨ ਵਰਡਸ, ਤੁਹਾਡਾ ਕੰਮ ਬੋਲਦਾ, ਤੁਸੀਂ ਕਰਦੇ ਕੀ ਹੋ, ਠੀਕ ਆ, ਦੱਸਣ ਦੀ ਲੋੜ ਨਹੀਂ ਹੁੰਦੀ, ਹੈ ਨਾ। ਤੇ ਕਹਿੰਦੇ ਨੇ ਵੀ ਨਾਲੇ ਵੀ ਕਹਾਵਤ ਆ ਵੀ ਡੋਂਟ ਟੈਲ ਦਾ ਵਰਲਡ ਅਬਾਊਟ ਦਾ ਲੇਬਰ ਪੇਨਸ, ਸ਼ੋ ਦਾ ਵਰਲਡ ਦਾ ਚਾਈਲਡ, ਮਤਲਬ ਬੱਚਾ ਦਿਖਾਓ ਉਹਨਾਂ ਨੂੰ ਵੀ ਆਹ ਅਸੀਂ ਕੀਤਾ ਭਾਈ, ਆਹ ਸਾਡਾ ਕੰਮ ਆ, ਹੈ ਨਾ ਜੀ। ਸੋ ਭਾਜਪਾ ਕੀ ਕਰ ਰਹੀ ਆ, ਭਾਜਪਾ ਨੇ ਪੰਜਾਬ ਦੇ ਵਿੱਚ ਜਿਹੋ ਜਿਹੀ ਇਸ ਵੇਲੇ ਸਥਿਤੀ ਚੱਲ ਰਹੀ ਆ ਉਹ ਸਾਡੇ ਸਾਰਿਆਂ ਤੋਂ ਗੁੱਝੀ ਨਹੀਂ ਹੈਗੀ, ਹੈ ਨਾ। ਇੱਕ ਬੰਨੇ ਕਿਸਾਨ ਜਿਹੜੇ ਭੁੱਖਣ ਭਾਣੇ ਸੜਕਾਂ ਤੇ ਬੈਠੇ ਆ ਤੇ ਉਹ ਲੋਕਾਂ ਨੂੰ ਸਮਝਾ ਰਹੇ ਆ ਵੀ ਕੇਂਦਰੀ ਕਾਨੂੰਨ ਤੁਹਾਡੇ ਹਿੱਤ 'ਚ ਨੇ ਜੀ। ਡਰਾਮੈਟਿਕਸ ਜੀ ਸਿਆਸਤ ਦੇ ਵਿੱਚ ਇੱਕ ਸਿੰਬਲ ਦੇ ਤੌਰ ਤੇ ਤਾਂ ਵਰਤੀ ਜਾ ਸਕਦੀ ਹੈ, ਬਿਲਕੁਲ ਜੀ, ਪਰ ਇਸ ਸਾਰੇ ਸੰਘਰਸ਼ ਦੇ ਵਿੱਚ ਹਰੇਕ ਪਾਰਟੀ ਨੇ ਬੜੇ ਡਰਾਮੈਟਿਕ ਵੇ ਨਾਲ ਵਿਰੋਧ ਵੀ ਹਰ ਬੰਦਾ ਟਰੈਕਟਰ ਤੇ ਚੜ੍ਹ ਜਾਏ। ਹਾਂਜੀ, ਤੇ ਕੱਲ ਵੀ ਜਦੋਂ ਦੇਖਿਆ ਤੇ ਅਕਾਲੀ ਦਲ ਵਾਲੇ ਟਰੈਕਟਰ ਲਈ ਘੁੰਮੀ ਜਾਂਦੇ ਸੀ ਚੰਡੀਗੜ੍ਹ। ਬਿਲਕੁਲ, ਉਹ ਤਾਂ ਇਹਨੂੰ ਆਪਾਂ ਜਿਹੜੀ ਤੁਸੀਂ ਟਰਮ ਯੂਜ਼ ਕੀਤੀ ਹੈ ਨਾ ਡਰਾਮੈਟਿਕਸ, ਇਹਦੇ 'ਚ ਨਾ ਆਪਣੀ ਅਕਾਲੀ ਤਾਂ ਮੇਰੀ ਚਾਚੇ ਅਕਾਲੀ ਦਾ ਆਪਣੀ ਖੁਸ਼ੀਓ ਜ਼ਮੀਨ ਕਿਸੇ ਨਾ ਕਿਸੇ ਤਰ੍ਹਾਂ ਹਾਸਲ ਕਰਨੀ ਚਾਹੁੰਦੇ ਆ ਜੀ। ਆਪ ਦਾ ਵਿਰੋਧ ਕਿਸੇ ਹੱਦ ਤੱਕ ਲੱਗਦਾ, ਪਰ ਨਾਲ ਦੀ ਨਾਲ ਲੋਕੀ ਇਹ ਵੀ ਮੰਗ ਕਰ ਰਹੇ ਆ, ਕਿਸਾਨ ਵੀ ਹੋਰ ਵੀ, ਵੀ ਜੇ ਇੱਥੇ ਪੰਜਾਬ ਅਸੈਂਬਲੀ ਦੇ ਵਿੱਚ ਕਿਸਾਨਾਂ ਦੇ ਹੱਕ 'ਚ ਹਾਂ ਦਾ ਨਾਅਰਾ ਮਾਰਿਆ ਸਾਰਿਆਂ ਨੇ ਇਕੱਠੇ ਹੋ ਕੇ, ਦਿੱਲੀ ਤਾਂ ਤੁਹਾਡੀ ਹਕੂਮਤ ਆ, ਉੱਥੇ ਵੀ ਇੱਕ ਇਹੋ ਜਿਹਾ ਬਿੱਲ ਲਿਆਓ ਭਾਈ, ਭਈ ਕੇਂਦਰ ਸਰਕਾਰ ਨੂੰ ਪਾਸ ਕਰਕੇ ਦੇਵੋ ਵੀ ਆ ਕਿਸਾਨਾਂ ਦੇ ਜਿਹੜਾ ਪੰਜਾਬ ਦੇ ਕਿਸਾਨਾਂ ਨਾਲ, ਤਾਂ ਸੋ ਜਿੱਦਾਂ ਨਾ ਹਰ ਥਾਂ ਹਿੱਤ ਦੇਖ ਕੇ ਜਾਂ ਹਰ ਥਾਂ ਆਪਣੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਖੁਦਗਰਜੀ ਜੀ ਵਿੱਚ ਸ਼ਾਮਲ ਦਿਸਦੀ ਆ। ਇੱਕ ਚੀਜ਼ ਕੱਲ ਹੋਰ ਹੋਈ ਆ ਵੀ ਇੱਕ ਨਾ ਇਹਨਾਂ ਦੀ ਹੁਣ ਤੇ ਚੱਲਦੀ ਪਈ ਆਪਸ ਟੱਸਲ ਕੈਪਟਨ ਸਾਹਿਬ ਤੇ ਸਿੱਧੂ ਸਾਹਿਬ ਦੀ। ਕੱਲ ਜਿਹੜੀ ਗੱਲ ਹੋਈ ਆ ਵੀ ਸਿੱਧੂ ਸਾਹਿਬ ਨੇ ਬੜੇ ਉਹਨਾਂ ਦੇ ਕਸੀਦੇ ਪੜ੍ਹੇ ਹਾਂਜੀ ਕੈਪਟਨ ਸਾਹਿਬ ਨੂੰ, ਪਰ ਕਸੀਦੇ ਪੜ੍ਹੇ ਔਰ ਸ਼ਾਇਦ ਪਹਿਲੀ ਵਾਰੀ ਉਹਨਾਂ ਦੀ ਸੁਰ 'ਚ ਸੁਰ ਵੀ ਮਿਲਾਈ ਆ, ਤੇ ਪਰ ਹੋਇਆ ਇਹ ਆ ਭਈ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੇ ਅਸੀਂ ਬਿੱਲ ਪਾਸ ਕੀਤੇ ਆ ਅਸੈਂਬਲੀ ਦੇ ਵਿੱਚ, ਇਹ ਕੇਂਦਰੀ ਕਾਨੂੰਨਾਂ ਦੇ ਉੱਤੇ ਚਪੇੜ ਹੈ ਇੱਕ, ਤੇ ਜਿਹਦੀ ਗੂੰਜ ਸਾਰੇ ਹਿੰਦੁਸਤਾਨ ਦੇ ਵਿੱਚ ਸੁਣੂਗੀ। ਇੱਕ ਤਾਂ ਉਹਨਾਂ ਨੇ ਇਹ ਕਿਹਾ, ਦੂਸਰਾ ਨਾਲ ਦੀ ਨਾਲ ਇਹ ਆ ਵੀ ਜਦੋਂ ਉਹ ਬੋਲ ਰਹੇ ਸੀ ਉਦੋਂ ਮੈਨੂੰ ਲੱਗਦਾ ਨਹੀਂ ਵੀ ਉੱਥੇ ਇੰਨਾ ਜਿਹੜਾ ਟੈਂਪਰ ਪ੍ਰੂਫ
ਜਾਂ ਜਿਹਦੇ ਵਿੱਚ ਨਾ ਮਤਲਬ ਵਿਗੜ ਪੈਣ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ, ਉੱਥੇ ਇਹੋ ਜਿਹੇ ਸਿਸਟਮ ਲੱਗੇ ਹੋਏ ਆ ਅਸੈਂਬਲੀ ਦੇ ਵਿੱਚ। ਪਰ ਇਹਨਾਂ ਦੇ ਬੋਲਣ ਵੇਲੇ ਉਹ ਮਾਈਕ ਮੂਈਕ ਪਤਾ ਨਹੀਂ ਕਿੱਧਰ ਚਲੇ ਗਏ, ਉਹਨਾਂ ਦੀ ਆਵਾਜ਼ ਕਿੱਥੇ ਚਲੀ ਗਈ। ਕਿਤੇ ਇਦਾਂ ਤਾਂ ਨਹੀਂ ਸੀ ਉਦੋਂ ਮੋਗੇ ਦੀ ਰੈਲੀ ਵਾਲਾ ਹਾਲ ਵੇਖ ਕੇ ਡਰ ਗਏ ਹੁਣ? ਸ਼ਾਇਦ ਭਈ ਅਸੈਂਬਲੀ 'ਚ ਕੀ ਬੋਲਦੇ ਆ, ਉਹ ਕੈਪਟਨ ਸਾਹਿਬ ਨੂੰ ਡਰ ਹੋਵੇ ਭਈ ਉਹ ਹੁਣ ਕਹਿਣਗੇ ਤਾਂ ਇਹ ਜੀ ਵੀ ਸਾਊਂਡ ਸਿਸਟਮ ਫੇਲ ਹੋ ਗਿਆ ਜੀ, ਪਰ ਇਦਾਂ ਅਚਾਨਕ ਉਹਨਾਂ ਦੇ ਵੇਲੇ ਨਵਜੋਤ ਸਿੱਧੂ ਹੋਰਾਂ ਦੇ ਬੋਲਣ ਵੇਲੇ ਕਿਉਂ ਫੇਲ ਹੁੰਦਾ? ਬਿਲਕੁਲ, ਬਸ ਇਹ ਗੱਲ ਸੀਗੀ, ਇਹ ਗੱਲ ਦੇਖਣ ਵਾਲੀ ਹੈ। ਹਾਂ, ਤੇ ਬੀਜੇਪੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਥੋੜੀ ਜਿਹੀ, ਜੀ ਬੀਜੇਪੀ ਦੇ ਐਮਐਲਏ ਉੱਥੇ ਤਾਂ ਨਹੀਂ ਪਹੁੰਚਦੇ ਵਿਧਾਨ ਸਭਾ 'ਚ ਜੀ, ਤੇ ਬੀਜੇਪੀ ਦੇ ਪੁਰਾਣੇ ਸਾਬਕਾ ਮੰਤਰੀ ਜਾਂ ਹੋਰ ਮੰਤਰੀ ਜਿਹੜੇ ਲੋਕ ਹੈਗੇ ਆ ਜਾਂ ਬੀਜੇਪੀ ਦੇ ਜਿਹੜੇ ਅਹੁਦੇਦਾਰ ਆ, ਉਹ ਜਾ ਕੇ ਲੋਕਾਂ ਨੂੰ ਇਹ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ, ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਆ ਵੀ ਭਾਈ ਤੁਹਾਨੂੰ ਤਾਂ ਇਹ ਬਿੱਲ ਸਮਝੇ ਨਹੀਂ ਆਏ, ਇਹ ਐਕਟ ਸਮਝੇ ਨਹੀਂ ਆਏ, ਅਸੀਂ ਤੁਹਾਨੂੰ ਦੱਸਦੇ ਹਾਂ। ਜਿਹੜਾ ਕਿਸਾਨ ਖੇਤੀ ਕਰ ਰਿਹਾ ਉਹਨੂੰ ਆਪਣੇ ਘਰ ਦਾ ਨਹੀਂ ਪਤਾ, ਜੋ ਸਾਰਾ ਦਿਨ ਕੰਮ ਕਰ ਰਿਹਾ, ਉਹਨੂੰ ਪਤਾ ਵੀ ਕਣਕ ਦਾ ਬੀ ਕਿੰਨਾ ਪੈਣਾ ਕਿੱਲੇ ਮਗਰ, ਉਹਨੂੰ ਪਤਾ ਵੀ ਪਾਣੀ ਪਹਿਲਾਂ ਕਿੰਨੇ ਦਿਨ ਹੀ ਲੱਗਣਾ ਜੀ, ਤੇ ਆਖਰੀ ਪਾਣੀ ਵਾਢੀ ਤੋਂ ਪਹਿਲਾਂ ਕਿੰਨੇ ਦਿਨ ਪਹਿਲਾਂ ਲਾਉਣਾ ਹੁੰਦਾ, ਇਹ ਕਿਸਾਨ ਨੂੰ ਪਤਾ, ਭਲੀ ਭਾਂਤ ਪਤਾ। ਠੀਕ ਹੈ ਜੀ, ਤਾਂ ਉਹ ਬਰਾਨੀ 'ਚ ਜ਼ਮੀਨ 'ਚੋਂ ਕਿੰਨੀਆਂ ਬੋਰੀਆਂ ਨਿਕਲਦੀਆਂ ਨੇ, ਚਾਹੀ 'ਚੋਂ ਕਿੰਨੀਆਂ ਨਿਕਲਦੀਆਂ, ਇਹ ਕਿਸਾਨ ਦੇ ਪੁੱਤ ਨੂੰ ਪਤਾ। ਬਿਲਕੁਲ ਜੀ, ਠੀਕ ਹੈ ਨਾ। ਉਹਦੀ ਮੈਂ ਗੱਲ ਕਰਨ ਲੱਗਾ ਸੀਗਾ ਵੀ ਵਿਜੇ ਸਾਂਪਲਾ ਹੁਣੀ ਕੱਲ ਫੇਰ ਘਿਰ ਗਏ। ਇਹ ਕੱਲ ਦੀ ਗੱਲ ਹੈ ਜੀ, ਜਲੰਧਰ ਦੀ ਗੱਲ ਹੈ। ਸਰਕਟ ਹਾਊਸ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਨੀ ਸੀ। ਪ੍ਰੈਸ ਕਾਨਫਰੰਸ ਕਾਹਦੀ ਭਈ, ਮਤਲਬ ਲੋਕਾਂ ਨੂੰ ਇਹ ਦੱਸਣ ਲਈ ਭਈ ਜਿਹੜੇ ਖੇਤੀ ਕਾਨੂੰਨ ਨੇ ਕੇਂਦਰੀ, ਉਹ ਕਿੰਨੇ ਹਿੱਤ 'ਚ ਨੇ ਸਾਡੇ। ਪਰ ਉਹਦੀ ਭਿਣਕ ਪੈ ਗਈ ਕਿਸਾਨ ਜਥੇਬੰਦੀਆਂ ਨੂੰ, ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ। ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਸਰਕਟ ਹਾਊਸ ਜਲੰਧਰ ਨੂੰ ਘੇਰ ਚੁੱਕੇ ਸੀਗੇ ਜਿਹੜੇ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਕਾਰਕੁਨ, ਤੇ ਬਹੁਤ ਵੱਡੀ ਮਤਲਬ ਜਿਹੜੀ ਗਿਣਤੀ ਦੇ ਵਿੱਚ ਪੁਲਿਸ ਉੱਥੇ ਤਾਇਨਾਤ ਕਰ ਦਿੱਤੀ ਗਈ। ਫਿਰ ਵਿਰੋਧ ਇੰਨਾ ਹੋਇਆ ਭਈ ਵਿੱਚੇ ਹੀ ਕਾਨਫਰੰਸ ਛੱਡ ਕੇ ਬਿਨਾਂ ਕੀਤਿਆਂ ਹੀ ਉਹਨਾਂ ਨੂੰ ਇੱਥੋਂ ਜਾਣਾ ਪਿਆ ਜੀ। ਉਹਨਾਂ ਦਾ ਨਿੱਤ ਦਿਨ, ਚਾਹੇ ਉਹ ਸੋਮ ਪ੍ਰਕਾਸ਼ ਹੋਣ, ਇਹਨਾਂ ਦਾ ਤਾਂ ਰੋਜ਼ ਦਾ ਹੀ ਕੰਮ ਹੋ ਗਿਆ ਨਾ ਵੀ ਪਹਿਲਾਂ ਮਹਾਬੱਦਰ ਮਾਲ ਵਿੱਚ ਜਦੋਂ ਇਹ ਉਹ ਦਲਿਤ ਨੌਜਵਾਨ ਦੇ ਘਰ ਨੂੰ ਤੁਰਿਓ ਸੀ, ਅਸ਼ਵਨੀ ਸ਼ਰਮਾ ਹੋਰਾਂ ਦਾ ਉੱਧਰ ਆਪਣੇ ਚਲਾਂਗ ਟੋਲ ਪਲਾਜ਼ੇ ਤੇ ਇਹਨਾਂ ਨੂੰ ਫਿਰ ਖਡੂਰ ਸਾਹਿਬ ਘੇਰਿਆ, ਫਿਰ ਹੁਸ਼ਿਆਰਪੁਰ ਘੇਰਿਆ ਸੋਮ ਪ੍ਰਕਾਸ਼ ਉਹਨਾਂ ਨੂੰ, ਉਦੋਂ ਇਹ ਵੀ ਨਾਲ ਹੀ ਸੀ। ਹੁਣ ਕੱਲ੍ਹ ਸਰਕਟ ਹਾਊਸ। ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਕੰਧ 'ਤੇ ਲਿਖਿਆ ਪੜ੍ਹਨਾ ਚਾਹੀਦਾ। ਸੋ ਜਿਸ ਤਰ੍ਹਾਂ ਹੁਣ ਹਾਸ਼ੀਏ 'ਤੇ ਇਸ ਵੇਲੇ ਭਾਜਪਾ ਆ, ਹੋਰ ਤਾਂ ਕੋਈ ਗੱਲ ਉਹਨਾਂ ਕੋਲ ਹੈ ਨਹੀਂ ਗੀ, ਲੋਕਾਂ 'ਚ ਜਾਣ ਦੀ ਵੀ ਕੋਈ ਗੱਲ ਨਹੀਂ ਹੈਗੀ। ਤਾਂ ਲੋਕ ਵਿਰੋਧ ਤੋਂ ਜਿਹੜਾ ਇਸ ਵੇਲੇ ਹੋ ਰਿਹਾ, ਉਹ ਹਰ ਇੱਕ ਨੂੰ ਦਿਸ ਰਿਹਾ ਪਈ ਇਸ ਵੇਲੇ ਹਾਸ਼ੀਆ ਗ੍ਰਸਤ ਹੈਗੀ ਆ ਭਾਜਪਾ ਪੰਜਾਬ 'ਚ ਪੂਰੀ ਤਰ੍ਹਾਂ। ਸੋ ਸੱਤੀ ਸਾਹਿਬ, ਇਹ ਤੋਂ ਲੱਗਦਾ ਪਈ ਕਿਸਾਨਾਂ ਨੂੰ ਸਮਝਾਉਣ ਦੀ ਬਜਾਏ ਬੀਜੇਪੀ ਨੂੰ ਸਮਝਣਾ ਚਾਹੀਦਾ ਵੀ ਆਹ ਸਾਡੇ ਕੋਲੋਂ ਕੀ ਹੋ ਗਿਆ ਤੇ ਕਿਉਂ ਹੋ ਗਿਆ। ਮੇਰੀ ਜਾਚ ਜੇ ਇਹ ਅਸਤੀਫੇ ਦੇ ਕੇ ਅੱਜ ਘਰ ਬੈਠਣ ਨਾ ਭਾਜਪਾ ਆਗੂ, ਫਿਰ ਪੰਜਾਬ ਦੇ ਵਿੱਚ ਇਹ ਹੀਰੋ ਨੇ ਜੀ। ਪਰ ਇਹ ਅਜਿਹਾ ਕਰਨਗੇ ਨਹੀਂ, ਇਹ ਬੜੀਆਂ ਸਿਆਸੀ ਮਜਬੂਰੀਆਂ ਹੁੰਦੀਆਂ ਬੰਦਿਆਂ ਦੀਆਂ। ਜੀ 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 ਜੀ। ਸੋ ਸਮਾਂ ਹੋ ਰਿਹਾ ਇੱਕ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਪੰਜਾਬ ਮੇਲ USA ਚੈਨਲ ਦਾ ਸ਼ਾਨਦਾਰ ਉਪਰਾਲਾ। ਅਮਰੀਕਾ ਦੀ ਇਮੀਗ੍ਰੇਸ਼ਨ ਪਾਲਿਸੀ 'ਚ ਲੇਟੈਸਟ ਕੀ ਚੱਲ ਰਿਹਾ ਹੈ, ਅਮਰੀਕਾ ਦੀ ਸਿਆਸਤ ਕਿੱਦਾਂ ਰੰਗ ਬਦਲ ਰਹੀ ਹੈ, ਇਹ ਸਭ ਜਾਣਨ ਲਈ ਵੇਖੋ ਪੰਜਾਬ ਮੇਲ USA ਚੈਨਲ ਦਾ ਸਪੈਸ਼ਲ ਸ਼ੋਅ US Immigration and Politics with Attorney at Law ਜਸਪ੍ਰੀਤ ਸਿੰਘ। ਪੰਜਾਬ ਮੇਲ TV USA ਦੇਖ ਰਹੇ ਸਾਰੇ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ। ਸਰਦਾਰ ਨਰਿੰਦਰ ਸਿੰਘ ਸੱਤੀ ਹੁਣੀ ਸਾਡੇ ਨਾਲ ਬਣੇ ਹੋਏ ਆ ਤੇ ਖਬਰ ਹਾਲੇ ਉਹੀ ਚੱਲ ਰਹੀ ਹੈ। ਤੇ ਸੱਤੀ ਸਾਹਿਬ, ਇੱਕ ਗੱਲ ਆਪਣੀ ਜਿਹੜੀ ਕਰਨੀ ਰਹਿ ਗਈ ਬ੍ਰੇਕ ਤੋਂ ਪਹਿਲਾਂ, ਜੀ ਜੀ ਆਪਾਂ ਹੁਣ ਕਰ ਲੈਂਦੇ ਹਾਂ, ਉਹ ਸੀਗੀ ਕਾਂਗਰਸ ਕੀ ਕਹਿ ਰਹੀ ਹੈ ਜੀ ਕੱਲ ਦੇ ਸਾਰੇ ਜੋ ਉਹਦਾ ਪ੍ਰਤੀਕਰਮ ਕੀ। ਜੀ ਜੀ, ਕਾਂਗਰਸ ਦੇਖੋ, ਕਾਂਗਰਸ ਦੀ ਪੰਜਾਬ 'ਚ ਹਕੂਮਤ ਆ ਤੇ ਕਾਂਗਰਸ ਦੀ ਟੇਕ ਵੀ ਆ ਪੰਜਾਬ ਤੇ, ਔਰ ਕਾਂਗਰਸ ਦੇ ਅਭਿਸ਼ੇਕ ਮਨੂ ਸਿੰਘ ਵੀ ਹੋਰੀ ਉਹਨਾਂ ਦੇ ਤਰਜਮਾਨ ਨੇ, ਬਹੁਤ ਸੀਨੀਅਰ ਆਗੂ ਨੇ। ਉਹਨਾਂ ਨੇ ਕੱਲ ਕਿਹਾ ਵੀ ਜਿਹੜੀ ਕੇਂਦਰ ਸਰਕਾਰ ਨੇ ਖੇਤੀਬਾੜੀ ਕਾਨੂੰਨ ਬਣਾ ਕੇ ਬੱਜਰ ਗਲਤੀ ਕੀਤੀ ਆ, ਉਹਨਾਂ ਨੇ ਸ਼ਬਦ ਬੱਜਰ ਵਰਤਿਆ, ਭਾਰੀ ਗੁਨਾਹ ਕੀਤਾ, ਇਹਨੂੰ ਸੁਧਾਰਨ ਦਾ ਉਹਨਾਂ ਕੋਲ ਇੱਕ ਮੌਕਾ ਹੈਗਾ ਹੁਣ। ਭਈ ਕੱਲ ਉਹਨਾਂ ਨੇ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਆ ਵੀ ਜੇ ਉਹ ਪੰਜਾਬ ਦੇ ਜਿਹੜੇ ਇਹਨਾਂ ਨੇ ਸੋਧ ਬਿੱਲ ਪਾਸ ਕੀਤੇ ਆ, ਇਹਨਾਂ ਨੂੰ ਮਨਜ਼ੂਰ ਕਰ ਲੈਂਦੇ ਆ,
ਜਾਂ ਨਵਾਂ ਆਰਡੀਨੈਂਸ ਲਿਆਉਂਦੇ ਆ, ਕੇਂਦਰੀ ਕਾਨੂੰਨ ਜਿਹੜੇ ਆ ਉਹ ਰੱਦ ਕਰ ਦਿੰਦੇ ਆ ਖੇਤੀਬਾੜੀ ਦੇ, ਤਾਂ ਉਹਨਾਂ ਕੋਲ ਇੱਕ ਇਸ ਵੇਲੇ ਸੁਨਹਿਰੀ ਮੌਕਾ ਹੈਗਾ। ਠੀਕ ਆ। ਸੋ ਕਾਂਗਰਸ ਨੇ ਇੰਨਾ ਕਹਿ ਕੇ ਗੱਲ ਸਮਿੱਟੀ ਆ ਜੀ। ਅੱਛਾ, ਇਹਦੇ 'ਚ ਇੱਕ ਗੱਲ ਹੋਰ ਜਿਹੜੀ ਮੈਂ ਕੱਲ ਦੇਖੀ, ਸ਼ਾਇਦ ਲੋਕ ਬੜੀ ਜਲਦੀ ਕਾਹਲੇ ਪੈ ਜਾਂਦੇ ਆ ਜਾਂ ਪਾਰਟੀ ਦੇ ਨਾਲ ਉਹ ਇੰਨੀ ਬੁਰੀ ਤਰ੍ਹਾਂ ਜੁੜੇ ਹੋਏ ਆ ਜੀ ਵੀ ਕੱਲ ਹਾਲੇ ਉੱਥੇ ਵਿਧਾਨ ਸਭਾ 'ਚ ਤੇ ਕਾਰਵਾਈ ਚੱਲਦੀ ਹੈ ਜੀ, ਤੇ ਅਲੱਗ-ਅਲੱਗ ਸ਼ਹਿਰਾਂ ਤੋਂ ਕਾਂਗਰਸੀਆਂ ਦੀਆਂ ਫੋਟੋਆਂ ਆਉਣ ਲੱਗ ਪਈਆਂ ਵੀ ਉਹ ਬਾਜੇ ਵਜਾ ਰਹੇ ਆ ਤੇ ਨਾਲ ਲੱਡੂ ਖਵਾ ਰਹੇ ਆ। ਉਹ ਤਾਂ ਫਿਰ ਇਦਾਂ ਹੁੰਦਾ ਨਾ ਪਈ, ਬਸ ਇੱਕ ਮੁੱਦਾ ਮਿਲ ਗਿਆ ਵੀ ਬਹੁਤ ਵੱਡਾ ਅਸੀਂ ਕਾਰਜ ਕਰ ਲਿਆ ਹੈਗਾ ਤੇ ਉਹਨੂੰ ਕੈਸ਼ ਕਰੋ। ਲੋਕਾਂ ਇਹੀ ਸਿਆਸੀ ਪਾਰਟੀਆਂ ਦਾ ਕੀ ਹੁੰਦਾ ਵੀ ਆਪਣਾ ਢੰਡੋਰਾ ਪਿੱਟਣਾ ਉਹਨਾਂ ਨੇ। ਸੋ ਉਹ ਕੋਈ ਨਵੀਂ ਗੱਲ ਨਹੀਂ, ਉਹ ਜਿਹੜਾ ਢੰਡੋਰਾ ਪਿੱਟ ਰਹੇ ਨੇ। ਤਾਂ ਖੈਰ ਇਹ ਤਾਂ ਜੇ ਉਹਨਾਂ ਕੋਲ ਇੱਕ ਆਧਾਰ ਹੈ ਨਾ ਇਸ ਗੱਲ ਲਈ ਵੀ ਉਹਨਾਂ ਦੀ ਹਕੂਮਤ ਆ ਤੇ ਉਹਨਾਂ ਨੇ ਅੱਗੇ ਲਾ ਕੇ ਸਾਰਾ ਕੁਝ ਕੀਤਾ ਹੈ। ਨਹੀਂ ਚਲੋ ਠੀਕ ਆ, ਕਿਸੇ ਹੱਦ ਤੱਕ ਆਪਾਂ ਕਹਿ ਸਕਦੇ। ਬਿਲਕੁਲ ਬਿਲਕੁਲ। ਹਾਂ, ਹੁਣ ਆਪਾਂ ਜੇ ਗੱਲ ਕਰੀਏ ਆਪਣੇ ਜਿਹੜੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਵਰੂਪ ਜਿਹੜੇ ਜੀ ਇਹ ਕਹਿੰਦੇ ਨੇ ਗੁੰਮ ਹੋ ਗਏ ਜੀ, ਉਹਦੇ ਵਿੱਚ ਕੱਲ ਸੁਣਨ ਚ ਆਇਆ ਵੀ SGPC ਮੈਂਬਰ ਮਤਲਬ ਅਲੱਗ-ਅਲੱਗ ਹੋ ਕੇ ਜਾਂ ਕੁਝ ਇਕੱਠੇ ਹੋ ਕੇ ਆਪਣੇ ਕਾਰਜਕਾਰੀ ਜਥੇਦਾਰ ਸਾਹਿਬ ਨੂੰ ਮਿਲੇ। ਹਾਂਜੀ, ਇਹ ਕੱਲ ਦੀ ਗੱਲ ਆ ਜੀ। ਜਥੇਦਾਰ ਹਰਪ੍ਰੀਤ ਸਿੰਘ ਹੋਰੀ ਜਿਹੜੇ ਆਪਣੇ ਕਾਰਜਕਾਰੀ ਜਥੇਦਾਰ ਨੇ, ਉਹਨਾਂ ਨੂੰ ਨਾ ਕੱਲ 5 SGPC ਮੈਂਬਰਾਂ ਨੇ, ਜਿਨ੍ਹਾਂ 'ਚ ਡੈਮੋਕ੍ਰੇਟਿਕ ਦਲ ਦੇ ਸੇਵਾ ਸਿੰਘ ਸੇਖਵਾਂ ਜਿਹੜੇ ਆਪਣੇ ਸਾਬਕਾ ਮੰਤਰੀ ਨੇ, ਉਹ ਨੇ ਬੀਬੀ ਕਿਰਨਜੋਤ ਕੌਰ ਹੋਰੀ, ਹਰਬੰਸ ਸਿੰਘ ਮੰਚਪੁਰ ਹੋਰੀ, 2 ਹੋਰ SGPC, ਇਸ ਤਰ੍ਹਾਂ 5 ਮੈਂਬਰਾਂ ਨੇ ਇਕੱਠੇ ਹੋ ਕੇ ਕੱਲ ਇੱਕ ਮੰਗ ਪੱਤਰ ਦਿੱਤਾ। ਮੰਗ ਪੱਤਰ 'ਚ ਕੀ ਆ ਤੇਜਪਾਲ ਜੀ, ਉਹ ਕਹਿੰਦੇ ਵੀ ਜਥੇਦਾਰ ਸਾਹਿਬ ਜਿਹੜੇ ਆ ਉਹਨਾਂ ਤੋਂ ਮੰਗ ਕੀਤੀ SGPC ਨੇ ਵੀ ਇਹ ਜਾਂਚ ਜਿਹੜੀ ਆ ਅਕਾਲ ਤਖਤ ਕਰੇ। ਉਹ ਕਹਿੰਦੇ ਵੀ ਇਹ 'ਚ ਸਿਧਾਂਤਕ ਮੁੱਦਾ ਤਾਂ ਕੋਈ ਹੈ ਨਹੀਂ, ਇਹ ਤਾਂ ਪ੍ਰਸ਼ਾਸਕੀ ਜਿਹੜੀ ਆ ਗਲਤੀ ਹੈਗੀ ਆ, ਐਡਮਿਨਿਸਟ੍ਰੇਟਿਵ ਐਰਰ ਆ। ਐਡਮਿਨਿਸਟ੍ਰੇਟਿਵ ਤੌਰ 'ਤੇ, ਪ੍ਰਸ਼ਾਸਕੀ ਤੌਰ 'ਤੇ ਇਹ ਜੋ ਵੀ ਘਪਲਾ ਹੋਇਆ ਹੈਗਾ, ਘੁਟਾਲਾ ਹੋਇਆ ਜਾਂ ਜੋ ਵੀ ਗਲਤੀ ਹੋਈ ਆ, ਇਹਦੇ 'ਚ ਸਿਧਾਂਤ ਨਹੀਂ ਵਿੱਚ ਆਉਂਦਾ ਹੈਗਾ। ਸੋ ਇਹ SGPC ਆਪਣੇ ਮਤਲਬ ਉੱਪਰੋਂ ਜਿਹੜਾ ਇਹ ਭਾਰ ਲਾ ਕੇ ਅਕਾਲ ਤਖਤ ਤੇ ਪਾਉਣਾ ਚਾਹੁੰਦੇ ਆ ਵੀ ਇਹ ਉਹਨਾਂ ਦਾ ਹੀ ਕੰਮ ਆ SGPC ਦਾ, ਵੀ ਉਹ ਜਾਂਚ ਕਰੇ ਤੇ ਦੋਸ਼ੀਆਂ ਨੂੰ ਬਣਦੀ ਸਜ਼ਾ ਦੇਵੇ। ਠੀਕ ਹੈ, ਵੀ ਇਕੱਲਾ ਤਨਖਾਹਾਂ ਲਾ ਕੇ ਇਹ ਗੱਲ ਨਹੀਂ ਬਣਨੀ ਹੈਗੀ। ਤਾਂ ਉਹਨਾਂ ਨੇ ਕਿਹਾ ਵੀ ਜਿਹੜਾ ਤੁਹਾਨੂੰ SGPC ਨੇ ਮੰਗ ਪੱਤਰ ਦਿੱਤਾ ਜਾਂਚ ਸੰਬੰਧੀ, ਉਹ ਰੱਦ ਕਰੋ ਤੇ ਇਹ ਜਾਂਚ ਜਿਹੜੀ ਅਕਾਲ ਤਖਤ ਸਾਹਿਬ ਦਾ ਕੰਮ ਨਹੀਂਗਾ ਤੇ ਇਹ ਮਤਲਬ ਕੰਮ SGPC ਦਾ ਹੈਗਾ। ਇਹ ਕੱਲ ਦੀ ਗੱਲ ਹੈ ਜੀ। ਤੇ ਇਹਦੇ 'ਚ ਇੱਦਾਂ ਨਹੀਂ ਲੱਗਦਾ ਵੀ ਜਿੱਦਾਂ ਅਕਾਲ ਤਖਤ ਸਾਹਿਬ ਨੇ ਤਨਖਾਹਾਂ ਲਾਈਆਂ ਤੇ ਇਹ 2 ਦਿਨ ਉੱਥੇ ਉਹ ਸਾਫ਼ ਥਾਂ ਨੂੰ ਹੀ ਸਾਫ਼ ਕਰਕੇ ਤੇ ਮੁੜ ਕੇ ਫਿਰ ਨਹਾਤੇ ਧੋਤੇ ਫਿਰ ਹਾਂ ਭਈ ਮਤਲਬ ਜਿਵੇਂ ਕੁਝ ਹੋਇਆ ਹੀ ਨਹੀਂ ਜੀ। ਠੀਕ ਹੈ, ਉਸ ਗੱਲ ਤੇ ਹੀ ਨਹੀਂ ਹਾਲੇ ਤੱਕ ਆਏ ਪਈ ਇਹ ਸਰੂਪ ਗੁੰਮ ਹੋਇਆ ਤਾਂ ਕੋਈ ਵੱਡੇ ਪੱਧਰ ਤੇ ਕੋਈ ਬੱਜਰ ਗਲਤੀ ਹੈਗੀ ਆ। ਉਹ ਕਹਿੰਦੇ ਵੀ ਘਰਾਂ 'ਚ ਹੀ ਗਏ ਹੋਣਗੇ, ਇਹੋ ਜਿਹਾ ਵੇਗ। ਫੇਰ ਕੱਲ ਪਰਸੋਂ ਇਹ ਵੀ ਬਿਆਨ ਆਇਆ ਸੀ ਗੋਬਿੰਦ ਸਿੰਘ ਲੌਂਗੋਵਾਲ ਹੋਰਾਂ ਦਾ, ਭਈ ਦੇਖੋ ਜੀ ਇੱਕ ਤੋਂ ਵੱਧ ਵਾਰ ਮਾਫੀ ਮੰਗ ਚੁੱਕਾ, ਹੋਰ ਕਿੰਨੀ ਵਾਰੀ ਮੰਗਣੀ ਆ। ਠੀਕ ਹੈ, ਪ੍ਰੋਫੈਸਰ ਗੁਰਤਾਰਨ ਸਿੰਘ ਧਰਮ ਅਧਿਐਨ ਦੇ ਪ੍ਰੋਫੈਸਰ ਨੇ, ਬਹੁਤ ਸੀਨੀਅਰ ਨੇ। ਉਹਨਾਂ ਨੇ ਜਿਹੜੇ ਸਾਡੇ ਬਹੁਤ ਜਿਹੜੇ ਨਾ ਮਹਾਨ ਵਿਦਵਾਨ ਹੋਏ ਨੇ, ਪ੍ਰੋਫੈਸਰ ਹਰਿੰਦਰ ਮਹਿਬੂਬ ਪੜ੍ਹਾਉਂਦੇ ਤੋਂ ਖਾਲਸਾ ਕਾਲਜ ਗੜ੍ਹਦੀ ਵਾਲੇ ਅੰਗਰੇਜ਼ੀ ਰਹੇ ਨੇ ਸਾਰੀ ਉਮਰ, ਇਸ ਦੁਨੀਆ 'ਚ ਹੁਣ ਨਹੀਂ ਰਹੇ, ਪਰ ਉਹ ਪੰਜਾਬੀ 'ਚ ਲਿਖਦੇ ਸੀ। ਜਿਨ੍ਹਾਂ ਦੀ ਸਹਿਜੇ ਰਚਿਓ ਖਾਲਸਾ ਕਿਤਾਬ ਜਿਹੜੀ ਆ ਉਹ ਦੁਨੀਆ ਕੁੱਲ ਆਲਮ ਦੇ ਵਿੱਚ ਸਿੱਖ ਪੜ੍ਹਦੇ ਨੇ। ਉਹਨਾਂ ਦੀ ਸਮੁੱਚੀ ਕਾਵ ਰਚਨਾ ਦਾ ਅਨੁਵਾਦ ਪ੍ਰੋਫੈਸਰ ਗੁਰਤਾਰਨ ਹੋਰੀ ਕੀਤਾ। ਉਹ ਗੋਲਕਚੋਰ ਕਹਿੰਦੇ ਇਹਨਾਂ ਨੂੰ, ਮੂੰਹ ਤੇ ਗੋਲਕਚੋਰ ਕਹਿੰਦੇ ਨੇ। ਉਹ ਕਹਿੰਦੇ ਇਹ ਜਿਹੜੀਆਂ ਸੰਸਥਾਵਾਂ ਆ, ਬਾਦਲਾਂ ਨੇ ਉਹਨਾਂ ਨੂੰ ਮਤਲਬ ਹੈਂਡੀਕੈਪਡ ਬਣਾ ਕੇ ਰੱਖ ਦਿੱਤਾ ਇਹਨਾਂ ਸਿੱਖ ਸੰਸਥਾਵਾਂ ਨੂੰ। ਤੇ ਉਹਦੇ ਜਿਹੜੇ ਪ੍ਰਧਾਨ ਨੇ, ਚਾਹੇ ਉਹ ਉਹਨਾਂ ਦਾ ਅਕਾਲ ਤਖਤ ਦੇ ਜਥੇਦਾਰ ਸਾਹਿਬ ਨਾਲ ਵੀ ਮਤਲਬ ਕਿਤੇ ਵਿਚਾਰ ਵਟਾਂਦਰਾ ਜਿਹੜਾ ਤਿੱਖੀ ਨੋਕ ਝੋਂਕ ਹੋਈ ਆ, ਪਰ ਉਹ ਬਹੁਤ ਸੱਚੇ ਸੁੱਚੇ ਬੰਦੇ ਨੇ ਜਿਹੜੇ ਪ੍ਰੋਫੈਸਰ ਗੁਰਤਾਰਨ ਹੋਰੀ ਨੇ, ਮਹਿਬੂਬ ਸਾਹਿਬ ਦੇ ਪਿੰਡ ਦੇ ਹੀ ਨੇ ਉਹ। ਤਾਂ ਉਹ ਕਹਿੰਦੇ ਨੇ ਵੀ ਇਹਨਾਂ ਗੋਲਕ ਚੋਰਾਂ ਤੋਂ ਤੁਸੀਂ ਕੀ ਉਮੀਦ ਰੱਖਦੇ ਹੋ, ਇਹ ਉਹਨਾਂ ਦੇ ਵਿਚਾਰ ਨੇ। ਠੀਕ ਹੈ, ਸੋ ਜਿਹੜੀ ਗੱਲ ਤੇ ਉਹਨਾਂ ਨੂੰ ਆਉਣਾ ਚਾਹੀਦਾ ਉਹ ਤਾਂ ਆਉਂਦੇ ਨਹੀਂ। ਕਦੀ ਕਹਿੰਦੇ ਆ ਜੀ ਅੰਤਰੰਗ ਕਮੇਟੀ ਜਾਂਚ ਕਰੂਗੀ, ਕਦੀ ਕਹਿੰਦੇ ਪੁਲਿਸ ਜਾਂਚ ਕਰੂਗੀ, ਉੱਥੇ ਰਿਪੋਰਟ ਕਰਾਂਗੇ, ਫੇਰ ਕਹਿੰਦੇ ਮੁੜ ਕੇ ਅੰਤਰੰਗ ਕਮੇਟੀ, ਹੁਣ ਅਕਾਲ ਤਖਤ ਕਰੂਗਾ। ਇਹ ਮਤਲਬ ਕਿਸੇ ਗੱਲ ਤੇ ਆਉਂਦੇ ਨੇ, ਕੀ ਸਟੈਂਡ ਹੋਇਆ ਜੀ? ਸਤੀ ਸਾਹਿਬ, ਆ ਜਿਹੜੀ ਤੁਸੀਂ ਗੱਲ ਕੀਤੀ ਆ ਵੀ 2 ਵਾਰ ਕਹਿੰਦੇ ਮੈਂ ਮੁਆਫੀ ਮੰਗ ਚੁੱਕਾ, ਹੋਰ ਕੀ ਕਰਾਂ ਜੀ। ਇੱਥੇ ਤੇ ਇਹੋ ਜਿਹੇ ਸਿੰਘ ਵੀ ਹੈਗੇ ਆ ਜਿਨ੍ਹਾਂ ਨੇ ਸਾਰੀ ਉਮਰ ਜਾਣ-ਬੁੱਝ ਕੇ ਕੋਈ ਗਲਤੀ ਨਹੀਂ ਕੀਤੀ, ਉਹ ਨੱਕ ਰਗੜ ਗੁਰੂ ਕੋਲੋਂ ਬਖਸ਼ਿਸ਼ ਹੀ ਮੰਗਦੇ ਰਹਿੰਦੇ ਆ ਵੀ ਗੁਰੂ ਮੈਨੂੰ ਬਖਸ਼ ਲੈ, ਮੈਨੂੰ ਬਖਸ਼ ਲੈ ਹੈ। ਤੇ ਦੂਜੇ ਪਾਸੇ ਤੁਸੀਂ ਫੇਰ ਹੰਕਾਰ ਦੇ ਭਰੇ ਹੋ, ਤੁਹਾਡਾ ਤੇ ਇਹ ਮਤਲਬ ਨਾ ਜਿੱਦਾਂ ਇੱਕ ਦਾਨਿਸ਼ਵਰ ਜਿਹੜੇ ਦਾਨਿਸ਼ਮੰਦ ਜਿਹੇ
ਆਗੂ ਸਾਡੇ ਜਿਹੋ ਜਿਹੇ ਉਹਨਾਂ ਤੋਂ ਤਵੱਕੋ ਆਪਾਂ ਕਰ ਸਕਦਾ ਉਹੋ ਜਿਹੇ ਬਿਆਨ ਨਹੀਂ ਹੈ। ਜੀ, ਇੱਕ ਅੰਮ੍ਰਿਤਸਰ 'ਚ ਹੋਰ ਮੰਦਭਾਗੀ ਘਟਨਾ ਹੋਈ ਆ ਪਿਛਲੇ ਥੋੜ੍ਹੇ ਦਿਨ ਪਹਿਲਾਂ ਜੀ। ਕੋਈ ਉੱਥੇ ਕੋਈ ਖੁਦਕੁਸ਼ੀ ਕੀਤੀ ਗਈ ਦੋ ਵੱਲੋਂ, ਹਾਂਜੀ, ਹੈ ਨਾ? ਹਾਂਜੀ। ਤੇ ਉਹ ਕਿਸੇ ਪੁਲਿਸ ਦੀ ਲੇਡੀ ਸੀ ਜਿਹਦਾ ਉਹਦੇ ਵਿੱਚ ਨਾਂ ਆਇਆ ਤੇ ਉੱਤੇ ਕਾਰਵਾਈ ਨਹੀਂ ਸੀ ਹੋ ਰਹੀ ਜੀ। ਤੇ ਉਹ ਸੁਣਿਆ, ਮੈਂ ਵੀ ਉਹ ਥੋੜੀ ਜਿਹੀ ਆਪਣੀ ਹਾਂਜੀ, ਕਾਲ ਸੁਣੀ ਆ ਜਿਹੜੀ ਕੈਪਟਨ ਸਾਹਿਬ ਨੂੰ ਕੀਤੀ, ਉਹਨਾਂ ਦੀ ਬੇਟੀ ਨੇ ਕਾਲ ਕੀਤੀ ਹਾਂਜੀ। ਤੇ ਹੁਣ ਉੱਤੇ ਕਹਿੰਦੇ ਕੋਈ ਐਕਸ਼ਨ ਉਹਨਾਂ ਦੀ ਨਾ ਛੋਟੀ ਜਿਹੀ ਐਡੋਲੈਸੈਂਟ ਏਜ ਦੀ ਬੱਚੀ ਆ, 14-15 ਸਾਲ ਦੀ। ਅਸਲ 'ਚ ਨਵਾਂ ਪਿੰਡ ਮਹਿਤਾ ਚੌਂਕ ਆਪਣੇ ਜਿਹੜਾ ਦਮਦਮੀ ਟਕਸਾਲ ਕਰਕੇ ਵੀ ਪੂਰੀ ਦੁਨੀਆ 'ਚ ਜਾਣਿਆ ਜਾਂਦਾ, ਜਾਂ ਕਹਿ ਲਓ ਵੀ ਸ਼੍ਰੀ ਹਰਗੋਬਿੰਦਪੁਰ ਜਾਂ ਘੁਮਾਣ ਅੰਮ੍ਰਿਤਸਰ ਰੂਟ ਤੇ ਇੱਕ ਨਵਾਂ ਪਿੰਡ ਪੈਂਦਾ ਜੀ, ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ। ਤੇ ਉੱਥੋਂ ਦੀ ਸੰਦੀਪ ਕੌਰ ਸਬ ਇੰਸਪੈਕਟਰ ਆ ਜਿਹੜੀ ਮਹਿਤੇ ਥਾਣੇ ਪੋਸਟਡ ਸੀਗੀ ਜਾਂ ਉਧਰ ਕਿਤੇ ਪੋਸਟਡ ਸੀਗੀ, ਉਹਨੇ ਇੱਕ ਪਿੰਡ ਦੇ ਸੁਨਿਆਰੇ ਨੂੰ ਵਿਕਰਮਜੀਤ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਉਹਦੇ ਕੋਲੋਂ ਲੱਖਾਂ ਰੁਪਈਆ ਬਟੋਰ ਲਿਆ, ਨਾਲ ਉਹਦੇ 2 ਹੋਰ ਸਿਪਾਹੀ ਰਲ ਗਏ, ਇੱਕ ASI ਜਾਂ ਹੌਲਦਾਰ ਜਾਂ ਸਿਪਾਹੀ। ਔਰ ਉਹਨੇ ਪਿਛਲੇ ਦਿਨੀ ਤੰਗ ਆਏ ਨੇ, ਵਿਕਰਮਜੀਤ ਨੇ ਮਹਿਤਾ ਚੌਂਕ ਬਟਾਲਾ ਰੋਡ ਤੇ ਕਿਸੇ ਹੋਟਲ ਦੇ ਵਿੱਚ ਖੁਦਕੁਸ਼ੀ ਕਰ ਲਈ ਸੀ ਜੀ। 1-2 ਦਿਨ ਬਾਅਦ ਉਹਦੀ ਜਿਹੜੀ ਧਰਮ ਪਤਨੀ ਆ ਸੁਖਬੀਰ ਕੌਰ ਨੇ ਵੀ ਘਰ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸੋ ਇਹ ਬੜਾ ਵੱਡਾ ਦਿਖਾਂਤ ਸੀਗਾ। ਇਹੋ ਜਿਹੀਆਂ ਘਟਨਾਵਾਂ ਕਦੀ-ਕਦੀ ਸੁਣਨ 'ਚ ਆਉਂਦੀਆਂ ਨੇ ਵੀ ਜਿਹੜੇ ਪੁਲਿਸ ਦੇ ਮੁਲਾਜ਼ਮ ਨੇ, ਉਹ ਚਾਹੇ ਅਫਸਰ ਹੋਣ ਚਾਹੇ ਛੋਟੇ ਆ, ਵੀ ਲੋਕਾਂ ਨੂੰ ਤੰਗ ਕਰਦੇ ਆ, ਮਾਨਸਿਕ ਤੌਰ ਤੇ ਪਰੇਸ਼ਾਨ ਕਰਦੇ ਆ ਤੇ ਲੋਕ ਮਰ ਗਏ। ਇੱਕ ਵਾਰ ਜੇ ਯਾਦ ਹੋਵੇ, ਸੈਲੇਵਾਲਾਂ ਕਿਸੇ ਪਿੰਡ ਦੇ, ਸ਼ਾਇਦ ਕੁਕੜਾਂ ਪਿੰਡ ਸੀਗਾ, ਉੱਥੋਂ ਦੇ ਜਿਹੜਾ ਇੱਕ ਪ੍ਰਾਪਰਟੀ ਡੀਲਰ ਆ, ਬਹੁਤ ਵੱਡੇ ਪੱਧਰ ਤੇ ਪ੍ਰਾਪਰਟੀ ਦਾ ਕੰਮ ਕਰਦਾ ਸੀ, ਲੱਡੂ ਨਾਂ ਦਾ ਬੰਦਾ, ਮੈਨੂੰ ਨਾਂ ਉਹਦਾ ਚੰਗੀ ਤਰ੍ਹਾਂ ਯਾਦ ਹੈ। ਉਹਨੇ ਖੁਦਕੁਸ਼ੀ ਕਰ ਲਈ ਸੀ, ਖੁਦ ਨੂੰ ਗੋਲੀ ਮਾਰ ਲਈ, ਕਾਰ 'ਚ ਬੈਠੇ ਨੇ। ਉਹਦੇ 'ਚ ਇੱਕ ਪੁਲਿਸ ਅਫਸਰ ਦਾ ਨਾਂ ਵੱਜਿਆ, ਪਰ ਉਹ ਗੱਲ ਲਪੇਟ ਦਿੱਤੀ ਗਈ। ਇਸ ਤਰ੍ਹਾਂ ਦੀਆਂ ਘਟਨਾਵਾਂ ਆਉਂਦੀਆਂ ਰਹਿੰਦੀਆਂ ਨੇ। ਹੁਣ ਕੀ ਹੋਇਆ ਵੀ ਇਹ ਦੇਖੋ, 30ਵੇਂ ਆਦਮੀ ਜਿਹੜੇ ਆ ਉਹ 2 ਦਿਨਾਂ 'ਚ ਮਰ ਜਾਣ ਖੁਦਕੁਸ਼ੀ ਕਰਕੇ, ਤੇ ਕੋਈ ਗੱਲ ਉਹ ਫਰਾਰ ਚੱਲ ਰਹੀ ਆ ਸੰਦੀਪ ਕੌਰ। ਪਰ ਜਿਹੜੀ ਅਗਲੀ ਉਹਦੇ ਵਿੱਚ ਗੱਲ ਹੋਈ ਆ ਵੀ ਧਰੁਵਦਾਈ ਆ ਜਿਹੜੇ SSP ਅੰਮ੍ਰਿਤਸਰ ਦਿਹਾਤੀ ਪੁਲਿਸ ਨੇ, ਉਹਨਾਂ ਦੇ ਹੁਕਮਾਂ ਤੇ ਉਹਨੂੰ ਬਰਖਾਸਤ ਕਰ ਦਿੱਤਾ ਗਿਆ ਸੰਦੀਪ ਕੌਰ ਨੂੰ। ਇੱਕ ਚੰਗਾ ਕਦਮ ਆ ਭਈ, ਬਾਅਦ ਦੇ ਵਿੱਚ ਜਾਂਚ ਚੱਲੂ, ਅਦਾਲਤ 'ਚ ਕੇਸ ਜਾਂਦਾ, ਸਜ਼ਾ ਹੁੰਦੀ ਨਹੀਂ ਹੁੰਦੀ, ਉਹ ਅਗਲੀਆਂ ਗੱਲਾਂ ਨੇ। ਘੱਟੋ ਘੱਟ ਇਹੋ ਜਿਹੀ ਅਫਸਰ ਨੂੰ ਜਿਹਦੇ ਕਰਕੇ 2 ਬੰਦੇ ਇਸ ਜਹਾਨੋਂ ਹੀ ਤੁਰ ਜਾਣ, ਉਹਨੂੰ ਨੌਕਰੀ ਕਰਨ ਦਾ ਕੋਈ ਹੱਕ ਨਹੀਂ। ਸੋ ਇੱਕ ਚੰਗਾ ਕਦਮ ਆ ਪੰਜਾਬ ਪੁਲਿਸ ਦਾ। ਜੀ, ਮੈਂ ਉਸ ਬੇਟੀ ਦੀ ਨਾ ਗੱਲ ਸੁਣੀ ਕੈਪਟਨ ਸਾਹਿਬ ਨਾਲ, ਜਿਹੜੀ ਉਹਨੇ ਕਾਲ ਕੀਤੀ ਆ, ਉਹ ਬੜੀ ਸੋਹਣੀ ਗੱਲ ਕਰਦੀ ਆ। ਕਹਿੰਦੀ ਆਪਣੇ ਮੁੱਖ ਮੰਤਰੀ ਜੀ, ਵੀ ਮੇਰੇ ਕੋਲ ਤੇ ਹੁਣ ਕੁਝ ਨਹੀਂ ਬਚਿਆ ਜੀ, ਵੀ ਮੇਰਾ ਤਾਂ ਜਿਹੜਾ ਪੈਸਾ ਆ ਉਹ ਵੀ ਉਹ ਲੈ ਗਏ, ਕਿਉਂਕਿ ਉਹ ਪਹਿਲਾਂ ਉਹਨੂੰ ਪੈਸੇ ਦਾ ਲੈਣ ਦੇਣ ਸੀ ਕੋਈ। ਤੇ ਕੈਪਟਨ ਸਾਹਿਬ ਨੇ ਉਹਨੂੰ ਵਿਸ਼ਵਾਸ ਦਿਵਾਇਆ ਵੀ ਹਰ ਹਾਲ 'ਚ ਤੈਨੂੰ ਇਨਸਾਫ ਮਿਲੂਗਾ। ਨਾਲ ਉਹਨੇ ਇਹ ਵੀ ਪੁੱਛਿਆ ਵੀ ਤੂੰ ਕਿਹੜੇ ਸਕੂਲ 'ਚ ਪੜ੍ਹਦੀ ਹੈ, ਸਾਰਾ ਬੜਾ ਹੋਮਲੀ ਜਿਹਾ ਐਨਵਾਇਰਨਮੈਂਟ ਦੇ ਵਿੱਚ ਉਹਨੇ ਗੱਲ ਕੀਤੀ ਆ। ਬੱਚੇ ਨੂੰ ਹੌਸਲਾ ਦਿੱਤਾ ਉਹਨਾਂ ਨੇ। ਦੇਖੋ, ਕੈਪਟਨ ਅਮਰਿੰਦਰ ਸਿੰਘ ਹੋਰੀ, ਆਪਾਂ ਜੇ ਉਹ ਹਿਸਟੋਰੀਅਨ ਵੀ ਨੇ, ਫੌਜ ਦੀ ਨੌਕਰੀ ਵੀ ਕੀਤੀ ਆ, ਉਹਨਾਂ ਦੀ ਕਾਫੀ ਟੇਬਲ ਬੁੱਕ, ਸੈਕੰਡ ਵਰਲਡ ਵਾਰ ਬਾਰੇ ਉਹਨਾਂ ਦੀ ਕਿਤਾਬ, ਸਿੱਖਾਂ ਦੇ ਰੋਲ ਬਾਰੇ, ਉਹਨਾਂ ਨੇ ਤਾਂ BBC ਦਾ ਵੀ ਪਿੱਛੇ ਤਵਾ ਲਾਤਾ ਸੀ ਕੈਪਟਨ ਸਾਹਿਬ। ਮੈਨੂੰ ਕਈ ਵਾਰ ਬਹੁਤ ਡਰ ਲੱਗਦੇ ਨੇ। ਉਹ ਕਹਿੰਦੇ ਅੱਧੇ ਘੰਟੇ ਦੀ ਡਾਕੂਮੈਂਟਰੀ ਹੋਵੇ BBC ਦੀ, ਉਹਦੀ ਮਤਲਬ ਜਿਹੜਾ ਸੈਕੰਡ ਵਰਲਡ ਵਾਰ ਬਾਰੇ, ਤੇ ਉਹਦੇ ਵਿੱਚ ਪੰਜਾਬ ਦੇ ਸਿੱਖ ਜਿਨ੍ਹਾਂ ਨੇ ਮਤਲਬ ਇੱਕ ਤਰ੍ਹਾਂ ਸਮਝ ਲਓ ਵੀ ਜੰਗ ਦਾ ਬਾਲਣ ਬਣੇ, ਯੂਰਪ ਅਫਰੀਕਾ ਤੱਕ ਜਾ ਕੇ ਉਹ ਲੜਦੇ ਰਹੇ ਆ। ਉਹ ਬ੍ਰਿਟਿਸ਼ ਆਰਮੀ ਲਈ ਲੜਦੇ ਸੀ ਨਾ, ਬਰਤਾਨਵੀ ਫੌਜ ਲਈ। ਉਹਨਾਂ ਦਾ ਕਹਿੰਦੇ ਜਿਹੜਾ ਜ਼ਿਕਰ ਹੈ ਉਹ 1.5 ਮਿੰਟ ਦਾ ਹੋਵੇ। ਤੇ ਉਹ ਮਤਲਬ ਕਈ ਵਾਰੀ ਮਾਨਵੀ ਪੱਧਰ ਤੇ ਉਹਨਾਂ ਦੇ ਜਿਹੜੇ ਇਹੋ ਜਿਹੇ ਕਾਰਜ ਆ, ਉਹ ਬਹੁਤ ਚੰਗੇ ਲੱਗਦੇ ਆ ਲੋਕਾਂ ਨੂੰ, ਸਲਾਹੇ ਵੀ ਜਾਂਦੇ ਆ। ਕਈ ਵਾਰੀ ਇਹਨੂੰ ਐਵੇਂ ਜਿਹੜੇ ਵਿਰੋਧੀ ਹੁੰਦੇ ਨੇ ਨਾ, ਕੁਛ ਨਾ ਕੁਛ ਗੱਲ ਵੀ ਲੱਭਦੇ ਰਹਿੰਦੇ ਆ, ਉਹ ਕਈ ਵਾਰੀ ਇਹਨੂੰ ਡਰਾਮਾ ਕਰਾਰ ਦਿੰਦੇ ਨੇ। ਪਰ ਸਾਨੂੰ ਕਿਸੇ ਦੀ ਜਿਹੜੇ ਇਹੋ ਜਿਹੇ ਜੈਸਚਰ ਆ ਨਾ, ਉਹ ਹਰ ਜੈਸਚਰ ਜਿਹੜਾ ਆ ਹਮਦਰਦੀ ਵਾਲਾ, ਉਹ ਡਰਾਮਾ ਨਹੀਂ ਹੋ ਸਕਦਾ। ਸੋ ਉਸ ਬੱਚੀ ਨੂੰ ਦੇਖੋ, ਉਹਨਾਂ ਨੇ ਹੌਸਲਾ ਦਿੱਤਾ ਜਿਵੇਂ ਤੁਸੀਂ ਦੱਸਦੇ ਹੋ, ਤੇ ਉਹਦੇ ਮਾਪਿਆਂ ਦੀ ਕਤਲ ਲਈ ਹੁਣ ਤੱਕ ਦੀ ਜਿਹੜੀ ਜ਼ਿੰਮੇਵਾਰੀ ਠਹਿਰਾਈ ਗਈ ਆ ਉਹ ਸੰਦੀਪ ਕੌਰ ਦੀ, ਤੇ ਉਹਨੂੰ ਬਰਖਾਸਤ ਕਰ ਦੇਣਾ, ਉਹ ਤੋਂ ਉੱਤੇ ਤਾਂ ਹੋਰ ਕੋਈ ਕਦਮ ਨਹੀਂ ਹੋ ਸਕਦਾ ਜੀ। ਸੋ ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ। ਅਗਲੇ ਪ੍ਰੋਗਰਾਮ ਤੱਕ ਇਜਾਜ਼ਤ ਦਿਓ। ਸੱਤੀ ਸਾਹਿਬ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਤੇਜਪਾਲ ਜੀ।